ਹੈਲੋ एवरीवन ਗੁੱਡ ਆਫਟਰਨੂਨ ਸਟੂਡੈਂਟਸ। ਸੋ ਅੱਜ ਤੋਂ ਆਪਾਂ ਆਪਣੀ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਬਹੁਤ देर तो वेट से कि साड़ी करंट अफेयर की सीरीज में स्टार्ट हो रही। और ये भी है कि ऐसे करंट अफेयर हों जो एग्जाम के डायरेक्ट क्वेश्चन आ जाए। सो मेरा जो एक्सपीरियंस रहा है, सब तो पहले अपनी इंट्रोडक्शन दे देना। मेरा नाम है हरमनप्रीत सिंह और पिछले 4 साल तो मैं करंट अफेयर्स पढ़ा रहा। और अज मैं इस माध्यम द्वारा ਤੁਹਾਨੂੰ मतलब कि यूट्यूब द्वारा ਤੁਹਾਨੂੰ कुछ वीडियोज़, कुछ अच्छी वीडियोज़ जो ਤੁਹਾਨੂੰ मैं प्रोवाइड ਕਰਨ ਜਾ ਰਿਹਾ। सो प्लीज़ बहुत ही पेशेंस नाल, बहुत ही अच्छे तरीके नाल ਆਪਾਂ ਤਿਆਰੀ ਸਟਾਰਟ ਕਰਾਂਗੇ ਅਤੇ ਇਹ ਕਰੰਟ ਅਫੇਅਰ ਦੀ ਸੀਰੀਜ਼ ਲਗਾਤਾਰ ਚੱਲਦੀ ਜਾਵੇਗੀ। ਅਤੇ ਇਹ ਵੀ ਧਿਆਨ ਰੱਖਣਾ ਕਿ ਜਦੋਂ ਆਪਾਂ ਕਰੰਟ ਅਫੇਅਰਸ ਕਰ ਰਹੇ ਹੋਵਾਂਗੇ, ਪਹਿਲਾ ਪੁਆਇੰਟ ਤਾਂ ਮੇਰਾ ਇਹ ਹੈ ਕਿ ਇਹਨੂੰ ਰੱਟਣਾ ਨਹੀਂ ਹੈ। ਪਹਿਲਾ ਪੁਆਇੰਟ ਤਾਂ ਮੇਰਾ ਇਹ ਹੈ ਕਿ ਇਸ ਨੂੰ ਰੱਟਿਓ ਨਾ। ਰੱਟਣ ਨਾਲ ਕੋਈ ਫਾਇਦਾ ਨਹੀਂ ਹੋਣਾ, ਠੀਕ ਹੈ। ਰੱਟਣ ਨਾਲ ਕੋਈ ਫਾਇਦਾ ਨਹੀਂ ਹੋਣਾ। बिना रटे ही आप किवें करनी है तैयारी। जे आप गल करिए, मेरा फॉर्मूला रहिंदा है, जे मैं अपने फॉर्मूले की गल करा, मेरा फॉर्मूला की रहिंदा है, रीड करो, ठीक है जी, रीड करो, रिपीट करो, ठीक है, फिर रीड करो, ठीक है, फिर रीड करो, फिर रिपीट करो। इसका मतलब की हो गया? इसका मतलब ये हो गया कि तुसी रिविजन वाल ध्यान देना। रिविजन लई सिर्फ रीड करना है। मैं जो तुहानूं पढ़ावां तुसीं उहनूं बस वीडियो देखण तो बाद एक हफ्ते 'च एक वारी उसनूं रीड कर लेना ਅਤੇ ਉਹਨੂੰ ਰਿਪੀਟ ਕਰਦੇ ਜਾਣਾ। ਜਦੋਂ ਤੁਸੀਂ ਨੈਕਸਟ ਵੀਡੀਓ ਦੇਖੋਗੇ, ਪਿਛਲੀ ਵੀਡੀਓ ਇੱਕ ਵਾਰੀ ਰੀਡ ਕਰ ਲੈਣਾ, ਤੇ ਇਸ ਦੇ ਨਾਲ ਕੀ ਹੋਏਗਾ, ਤੁਹਾਡੇ ਜ਼ਹਿਨ ਵਿੱਚ ਨਾ ਉਹ ਸਾਰੀ ਚੀਜ਼ਾਂ ਬਹਿ ਜਾਣਗੀਆਂ, ਸਬਕੌਂਸ਼ੀਅਸ ਮਾਈਂਡ ਵਿੱਚ ਸਾਰੀ ਚੀਜ਼ਾਂ ਬਹਿ ਜਾਣਗੀਆਂ। ਸੋ ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ। ਸੋ ਅੱਜ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਅੱਜ ਜੂਨ ਦੇ ਕਰੰਟ ਅਫੇਅਰਸ ਸਟਾਰਟ ਕਰਨ ਜਾ ਰਹੇ ਹਾਂ। ਅਤੇ ਪਲੀਜ਼ 2 ਪਾਰਟ ਵਿੱਚ ਇਹ ਆਣਗੇ, ਕਿਉਂਕਿ ਮੈਂ ਜ਼ਿਆਦਾ ਕਾਲੀ ਨਹੀਂ ਕਰਨਾ ਚਾਹੁੰਦਾ। ਤੇ ਨਾਲ ਆਪਣੇ ਨਾਲ ਪਲੀਜ਼, ਮੇਰਾ ਇਹ ਹਮੇਸ਼ਾ ਫਾਰਮੂਲਾ ਰਿਹਾ ਹੈ ਕਿ ਨਾਲ ਆਪਣੇ ਨਾਲ ਨੋਟਬੁੱਕ ਜ਼ਰੂਰ ਲੈ ਕੇ ਬੈਠਿਓ, ਕਿਉਂਕਿ ਜੋ ਮੈਂ ਐਕਸਟਰਾ ਨੌਲੇਜ ਤੁਹਾਨੂੰ ਮੈਂ ਦਵਾਂਗਾ ਇਸੇ ਕਰੰਟ ਅਫੇਅਰ ਨਾਲ ਰਿਲੇਟਡ, ਉਹ ਪਲੀਜ਼ ਤਾਰਦੇ ਜਾਣਾ। ਸੋ ਸਭ ਤੋਂ ਪਹਿਲਾ ਕੁਐਸਚਨ ਤੁਸੀਂ ਦੇਖ ਸਕਦੇ ਹੋ। ਪਹਿਲੇ ਕੁਐਸਚਨ ਇਹ ਪੁੱਛਿਆ ਗਿਆ ਹੈ ਕਿ ਗਲੋਬਲ ਜੈਂਡਰ ਗੈਪ ਇੰਡੈਕਸ ਵਿੱਚ ਭਾਰਤ ਦਾ ਰੈਂਕ ਕਿੰਨਵਾਂ ਸੀ? 125ਵਾਂ ਸੀ, 127ਵਾਂ ਸੀ, 130ਵਾਂ ਸੀ, 135ਵਾਂ ਸੀ। ਇਹ ਹੁਣ ਤੁਸੀਂ ਮੈਨੂੰ ਆਨਸਰ ਕਰੋ ਵਿਦ ਇਨ ਦੀ 20 ਸੈਕਿੰਡਸ, ਜਾਂ ਮੈਂ ਕਹਾਂ ਸ਼ੁਰੂ 'ਚ ਮੈਂ 20 ਸੈਕਿੰਡਸ ਦਵਾਂਗਾ, ਹੌਲੀ ਹੌਲੀ 10 ਸੈਕਿੰਡਸ ਵਿੱਚ ਆਪਾਂ ਆ ਜਾਵਾਂਗੇ। ਜਲਦੀ ਦੱਸੋ। ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ? 127। 127 ਯਾਨੀ ਕਿ ਭਾਰਤ ਦਾ ਰੈਂਕ, ਯਾਨੀ ਕਿ ਜੇ ਆਪਾਂ ਦੇਖੀਏ ਮੇਲ ਤੇ ਫੀਮੇਲ ਦੇ ਆਧਾਰ ਤੇ, ਜੈਂਡਰ ਇਕੁਐਲਿਟੀ ਦੇ ਆਧਾਰ ਤੇ ਭਾਰਤ ਕਿੰਨਵੇਂ ਸਥਾਨ ਤੇ ਦੇਖਣ ਨੂੰ ਮਿਲਦਾ ਹੈ? 127ਵੇਂ ਸਥਾਨ ਤੇ ਦੇਖਣ ਨੂੰ ਮਿਲਦਾ ਹੈ। ਅਤੇ ਇਸ ਨੂੰ ਦੇਣ ਵਾਲਾ ਕੌਣ ਹੈ? WEF ਯਾਨੀ ਕਿ ਵਰਲਡ ਇਕਨੋਮਿਕ ਫੋਰਮ। ਵਰਲਡ ਇਕਨੋਮਿਕ ਫੋਰਮ ਹਰੇਕ ਸਾਲ ਇਹ ਰਿਪੋਰਟ ਦਰਜ ਕਰਦਾ ਹੈ, ਯਾਨੀ ਕਿ ਇਸ਼ੂ ਕਰਦਾ ਹੈ। ਅਤੇ ਇਸ ਵਿੱਚ ਇਹ ਵੀ ਦੱਸਦਾ ਹੈ ਕਿ ਟੌਪ ਤੇ ਕਿਹੜੀ ਸਟੇਟ ਰਹੀ। ਟੌਪ ਤੇ ਜੇ ਆਪਾਂ ਸਟੇਟ ਦੇਖੀਏ, ਕੌਣ ਰਹੀ ਹੈ? ਆਈਸਲੈਂਡ। ਟੌਪ ਤੇ ਕੌਣ ਰਹੀ ਹੈ? ਆਈਸਲੈਂਡ। ਯਾਨੀ ਕਿ ਪਹਿਲੇ ਤੇ ਸਟੇਟ ਹੈ, ਪਹਿਲੇ ਤੇ ਜਿਹੜੀ ਕੰਟਰੀ ਹੈ ਉਹ ਆਈਸਲੈਂਡ ਹੈ। ਦੂਸਰੇ ਤੇ ਤੁਸੀਂ ਦੇਖੋਗੇ ਕੌਣ ਹੈ? ਨਾਰਵੇ। ਦੂਸਰੇ ਤੇ ਕੌਣ ਹੈ? ਨਾਰਵੇ, ਠੀਕ ਹੈ ਜੀ। ਤੀਸਰੇ ਤੇ ਕੌਣ ਹੈ? ਜੇ ਆਪਾਂ ਦੇਖੋਗੇ ਤੀਸਰੇ ਤੇ ਹੈ ਫਿਨਲੈਂਡ। ਤੀਸਰੇ ਤੇ, ਸੌਰੀ ਮਾਫੀ ਚਾਹਾਂਗਾ, ਤੀਸਰੇ ਤੇ ਕਿਹੜੀ ਹੈ? ਫਿਨਲੈਂਡ। शुरू ਚ मेरा पेन थोड़ा ਜਿਹਾ ਵੀਕ ਰਹੇਗਾ, ਮਗਰ ਹੌਲੀ ਹੌਲੀ ਸਹੀ ਹੋ ਜਾਏਗਾ। ਪਹਿਲੇ ਤੇ ਸੀ ਆਈਸਲੈਂਡ, ਦੂਸਰੇ ਤੇ ਹੈ ਨਾਰਵੇ, ਤੀਸਰੇ ਤੇ ਹੈ ਫਿਨਲੈਂਡ। ਤੇ ਇਸ ਗਲੋਬਲ ਜੈਂਡਰ ਗੈਪ ਇੰਡੈਕਸ ਨੂੰ ਦੇਣ ਵਾਲੇ ਕੌਣ ਹੈ? ਵਰਲਡ ਇਕਨੋਮਿਕ ਫੋਰਮ। ਯਾਦ ਰੱਖਣਾ, ਵਰਲਡ ਇਕਨੋਮਿਕ ਫੋਰਮ। ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਦੇਖੋਗੇ ਫ੍ਰੈਂਚ ਓਪਨ। ਹੁਣ ਯਾਦ ਰੱਖਣਾ, ਫ੍ਰੈਂਚ ਓਪਨ ਦੀ ਆਪਾਂ ਗੱਲ ਕਰ ਰਹੇ ਹਾਂ। ਪਹਿਲੇ ਕੁਐਸਚਨ ਪੜ੍ਹ ਲੈਂਦੇ ਹਾਂ। ਫ੍ਰੈਂਚ ਓਪਨ ਕੈਟਾਗਰੀ ਕਿਹੜੀ ਹੈ? ਮੈਨਸ। ਮੈਨਸ ਸਿੰਗਲ ਟਾਈਟਲ ਕਿੰਨੇ ਜਿੱਤੇ ਹੈ? ਪਹਿਲਾ ਨਾਮ ਹੈ ਨੋਵਾਕ ਜੋਕੋविच, ਦੂਸਰਾ ਨਾਮ ਹੈ ਇਵਾਨ ਡੋਗਿਕ, तीसरा नाम है ऑस्टिन, फोर्थ नाम है कैस्पर। ਹੁਣ ਇਹਨਾਂ ਚੋਂ ਤੁਸੀਂ ਮੈਨੂੰ ਦੱਸੋ ਕੌਣ ਐਸਾ ਪਰਸਨ ਹੈ ਜਿਸਨੇ ਫ੍ਰੈਂਚ ਓਪਨ ਜਿੱਤਿਆ ਹੈ? ਕਿਹੜਾ ਐਸਾ ਖਿਡਾਰੀ ਹੈ ਜਿਸਨੇ ਫ੍ਰੈਂਚ ਓਪਨ ਜਿੱਤਿਆ ਹੈ? ਆਪਣੇ ਸਾਲ ਦੇ ਵਿੱਚ 4 ਯਾਨੀ ਕਿ ਆਪਣੇ ਗ੍ਰੈਂਡ ਸਲੈਮ ਹੁੰਦੇ ਹੈ ਟੈਨਿਸ ਦੇ। ਯਾਦ ਰੱਖਣਾ 4 ਗ੍ਰੈਂਡ ਸਲੈਮ ਹੁੰਦੇ ਹੈ। ਪਹਿਲਾ ਕਿਹੜਾ ਹੁੰਦਾ ਹੈ? ਜੇ ਆਪਾਂ ਦੇਖੀਏ, ਧਿਆਨ ਨਾਲ ਦੇਖੋ, ਪਹਿਲਾ ਕਿਹੜਾ ਹੁੰਦਾ ਹੈ? ਆਸਟ੍ਰੇਲੀਆ ਓਪਨ। ਦੂਸਰਾ ਕਿਹੜਾ ਹੁੰਦਾ ਹੈ? ਆਪਣਾ ਫ੍ਰੈਂਚ ਓਪਨ। ਤੀਸਰਾ ਕਿਹੜਾ ਹੁੰਦਾ ਹੈ? ਜਿਹੜਾ ਹੋਕੀ ਹਟਿਆ ਵਿੰਬਲਡਨ। ਫੋਰਥ ਕਿਹੜਾ ਹੁੰਦਾ ਆਪਣਾ ਯੂਐਸ ਓਪਨ। ਕਿਹੜਾ ਹੁੰਦਾ ਹੈ? ਯੂਐਸ ਓਪਨ। ਹੁਣ ਤੁਸੀਂ ਮੈਨੂੰ ਆਨਸਰ ਕਰੋ ਇਸ ਵਿੱਚੋਂ ਕਿ ਇਹਨਾਂ ਵਿੱਚੋਂ ਫ੍ਰੈਂਚ ਓਪਨ ਕਿਸਨੇ ਜਿੱਤੇ ਹੈ? ਕਿਉਂਕਿ ਜਿਸਨੇ ਫ੍ਰੈਂਚ ਓਪਨ ਜਿੱਤੇ ਹੈ ਉਸਨੇ ਹੀ ਆਸਟ੍ਰੇਲੀਆ ਓਪਨ ਜਿੱਤੇ ਹੈ। ਕਰ ਦਿਓ ਆਨਸਰ। ਜੇ ਆਪਾਂ ਦੇਖੀਏ, ਜਲਦੀ ਆਨਸਰ ਕਰੋ। ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਨੋਵਾਕ ਜੋਕੋविच। ਕੀ ਆਨਸਰ ਆ ਜਾਏਗਾ? ਨੋਵਾਕ ਜੋਕੋविच। ਯਾਦ ਰੱਖਣਾ। ਤੇ ਇਸ ਦੇ ਨਾਮ ਤੇ ਇੱਕ ਰਿਕਾਰਡ ਵੀ ਹੈ, ਮੋਸਟ ਗ੍ਰੈਂਡ ਸਲੈਮ ਸਿੰਗਲ ਟਾਈਟਲ ਜਿੱਤਣ ਵਾਲਾ। ਸਭ ਤੋਂ ਜ਼ਿਆਦਾ ਸਿੰਗਲ ਗ੍ਰੈਂਡ ਸਲੈਮ ਜਿੱਤਣ ਵਾਲਾ ਕੌਣ ਹੈ? ਨੋਵਾਕ ਜੋਕੋविच ਹੈ। ਅਤੇ ਇਹ ਵੀ ਯਾਦ ਰੱਖਣਾ ਕਿੱਥੋਂ ਦਾ ਖਿਡਾਰੀ ਹੈ? ਸਰਬੀਆ ਦਾ। ਕਿੱਥੋਂ ਦਾ ਖਿਡਾਰੀ ਹੈ? ਸਰਬੀਆ ਦਾ। ਕਿੱਥੋਂ ਦਾ ਖਿਡਾਰੀ ਹੈ? ਸਰਬੀਆ ਦਾ। ਔਰ ਇਸ ਤੋਂ ਇਲਾਵਾ ਯਾਦ ਰੱਖਣਾ ਵੂਮਨ ਵਿੱਚ ਕੌਣ ਜਿੱਤਿਆ ਹੈ? ਈਗਾ ਸਵਾਸਤਿਕ। ਕੀ ਨਾਮ ਹੈ? ਈਗਾ, ਠੀਕ ਹੈ, ਈਗਾ ਸਵਾਸਤਿਕ। ਈਗਾ ਸਵਾਸਤਿਕ। ਕਲੀਅਰ ਹੈ ਜੀ। ਚਲੋ ਅੱਗੇ ਦੇਖੋ।
रॉ रॉ मतलब की हुंदा है रिसर्च एनालिस्ट विंग। क्वेश्चन की पूछा गया है रॉ दे नवे चीफ बने ने कौन बने ने, तुसीं मैनूं आंसर करना है रवि सिन्हा, आलोक श्रीवास्तव, समीर कुमार, संजय कुमार। लेट्स सी कौन आंसर करता है, जल्दी आंसर करो। सो इसका आंसर क्या रहेगा अपना, जे आप आंसर देखिए सो इन्हां विचों कौन बनया रवि सिन्हा। रवि सिन्हा रॉ जे आप जी एजेंसी देखिए इन्हां दा काम की है, कोई भी टैरिस्ट एक्टिविटी होंदी है उसकी जानकारी दिंदे हैं होण तो पहलां भी बाद विच भी कि किस तरह हुई, मतलब टैरिस्ट एक्टिविटी किस तरह हुई उसदे बारे जानकारी दिंदे ने। याद रखना ये कदों फाउंड हुई सी 1968 विच। इहदे हैडकुआटर कित्थे ने, न्यू दिल्ली विच। इहदे हैडकुआटर कित्थे ने, न्यू दिल्ली विच। क्लीयर है जी। चलो अगर देखो ਹੁਣ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਰਾਮਾਇਣ ਟੈਂਪਲ, ਦੁਨੀਆ ਦਾ ਸਭ ਤੋਂ ਵੱਡਾ ਰਾਮਾਇਣ ਟੈਂਪਲ ਕਿੱਥੇ ਬਣ ਕੇ ਤਿਆਰ ਹੋ ਰਿਹਾ ਹੈ, ਕਿਹੜੀ ਸਟੇਟ ਵਿੱਚ? ਬਿਹਾਰ, ਗੁਜਰਾਤ, ਤਮਿਲਨਾਡੂ, ਅਸਮ। ਕਰ ਦਿਓ ਆਨਸਰ, ਬਿਹਾਰ, ਗੁਜਰਾਤ, ਤਮਿਲਨਾਡੂ ਅਤੇ ਅਸਮ। ਕਰੋ ਆਨਸਰ, ਕਿੱਥੇ ਬਣ ਕੇ ਤਿਆਰ ਹੋ ਰਿਹਾ ਹੈ? ਲੈਟਸ ਸੀ ਆਨਸਰ ਦੇਖਦੇ ਹਾਂ ਆਪਾਂ। ਸੋ ਇਹਦਾ ਆਨਸਰ ਕੀ ਆਏਗਾ ਆਪਣਾ, ਬਿਹਾਰ। ਕਿੱਥੇ ਬਣ ਕੇ ਤਿਆਰ ਹੋ ਰਿਹਾ ਹੈ? ਬਿਹਾਰ। ਸੋ ਇਸ ਦਾ ਧਿਆਨ ਰੱਖਿਓ ਕਿ ਬਿਹਾਰ ਦੇ ਵਿੱਚ ਇਹ ਜਿਹੜਾ ਬਣ ਕੇ ਜਦੋਂ ਤਿਆਰ ਹੋ ਜਾਏਗਾ ਉਹ ਸਾਲ ਕਿਹੜਾ ਹੋਏਗਾ, 2025। 2025 ਨੂੰ ਇਹ ਬਣ ਕੇ ਤਿਆਰ ਹੋ ਜਾਵੇਗਾ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਅਗਰ ਦੇਖੋ ਹੁਣ ਇੰਡੈਕਸਿਸ ਬਹੁਤ ਸਾਰੇ ਇਸ਼ੂ ਹੋਏ ਨੇ ਜੂਨ ਦੇ ਮਹੀਨੇ ਵੀ ਤੇ ਜੁਲਾਈ ਦੇ ਮਹੀਨੇ ਵੀ। ਤਾਂ ਹੁਣ ਤੁਸੀਂ ਜੇ ਸਾਹਮਣੇ ਜਿਹੜਾ ਇੰਡੈਕਸ ਦੇਖ ਰਹੇ ਹੋ ਉਹ ਹੈ ਗਲੋਬਲ ਕੰਪੀਟੀਟਿਵਨੈਸ ਇੰਡੈਕਸ, ਯਾਨੀ ਕਿ ਕੰਪੀਟੀਸ਼ਨ ਦੇ ਆਧਾਰ ਤੇ, ਬਿਜ਼ਨਸ ਦੇ ਆਧਾਰ ਤੇ ਆਪਣਾ ਭਾਰਤ ਕਿੰਨਵੇਂ ਸਥਾਨ ਤੇ ਹੈ, 40ਵਾਂ, 30ਵਾਂ, 20ਵਾਂ ਅਤੇ 10ਵਾਂ। ਲੈਟਸ ਸੀ ਕੋਈ ਬੱਚਾ ਆਨਸਰ ਕਰੋ। ਲੈਟਸ सी जल्दी आंसर करो। सो इसका आंसर क्या रहेगा अपना, सब तो टॉप पे कौन है अपना वो भी दसांगा, मगर भारत का रैंक किनमें, 40वां। भारत का रैंक किनमें, 40वां। अच्छा टॉप ते कंट्री केड़ी है अपनी, डेनमार्क। टॉप ते केड़ी कंट्री है, डेनमार्क। याद रखना टॉप ते केड़ी कंट्री है, डेनमार्क। हुण इसनूं इशू करन वाले कौन है, इशू करन वाले कौन है, इसनूं इशू करन वाले हैगे अपने इंस्टीट्यूट ऑफ मैनेजमेंट डेवलपमेंट, इंस्टीट्यूट ऑफ मैनेजमेंट डेवलपमेंट। याद रखना इंस्टीट्यूट ऑफ मैनेजमेंट डेवलपमेंट। अगर देखो अगला क्वेश्चन है 57वें यानी कि 57th जनपित अवार्ड किसने जीते है? जनपित अवार्ड 57th किसने जीते है? नीलामणि फुकान, नमिता गोखले, अरुण गोस्वामी, दामोदर मोजो। हुण मैनूं लेट्स सी आंसर करो किसने जीते है, कर दो आंसर। इसनूं जितने वाले पर्सन कौन ने, ये मैं आंसर देखा अपना की आ जाएगा, दामोदर मोजो। कौन है, दामोदर मोजो। हुण लेट्स सी ਇਹ ਕਿਹਨਾਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਬੁੱਕਸ ਲਿਖਦੇ ਨੇ, ਜਿਹੜੇ ਨੋਵਲ ਲਿਖਦੇ ਨੇ ਉਹਨਾਂ ਨੂੰ ਹੀ ਅਵਾਰਡ ਦਿੱਤਾ ਜਾਂਦਾ ਹੈ। ਬਹੁਤ ਹੀ ਸਨਮਾਨਿਤ ਅਵਾਰਡ ਹੈ, ਯਾਦ ਰੱਖਣਾ ਬਹੁਤ ਹੀ ਸਨਮਾਨਿਤ ਅਵਾਰਡ ਹੈ। ਤੇ ਪਹਿਲੀ ਵਾਰ ਕਦੋਂ ਦਿੱਤਾ ਗਿਆ ਸੀ, ਜੇ ਦੇਖੀਏ ਪਹਿਲੀ ਵਾਰ ਕਦੋਂ ਦਿੱਤਾ ਗਿਆ ਸੀ, 1965। 1965 ਉਦੋਂ ਕਿਸ ਨੂੰ ਦਿੱਤਾ ਗਿਆ ਸੀ, ਜੀ ਸੰਕਾਰਾ। ਲੈਟਸ ਸੀ ਜੀ ਸੰਕਾਰਾ, ਜੀ ਸੰਕਾਰਾ करूप सॉरी जी संकारा करूप। याद रखना थोड़ी जी मेरे नाल अज टैक्सट ਨੂੰ ਲੈ ਕੇ थोड़ा ਜਿਹਾ ਮੇਰੇ ਨਾਲ ਕੋਆਪਰੇਟ ਕਰਿਓ, ਹੌਲੀ ਹੌਲੀ ਇਹ ਕਲੀਅਰ ਹੁੰਦਾ ਜਾਏਗਾ। ਬਟ ਆਪਾਂ ਨੂੰ ਇੰਨਾ ਸਮਝ ਆ ਰਿਹਾ ਕਿ ਆਪਾਂ ਕਿਸ ਚੀਜ਼ ਬਾਰੇ ਪੜ੍ਹ ਰਹੇ ਹਾਂ, ਉਹ ਸਾਨੂੰ ਕੀ ਯਾਦ ਕਰਨ ਦੀ ਲੋੜ ਹੈ। ਅਗਰ ਦੇਖੋ ਅਗਲਾ ਆਪਣਾ ਕੁਐਸਚਨ ਫਿਰ ਇੰਡੈਕਸ ਉੱਪਰ ਆ ਗਿਆ, ਗਲੋਬਲ ਲਿਵਐਬਿਲਿਟੀ ਇੰਡੈਕਸ। मतलब कि ऐसी सिटी दसो जिथे ਤੁਸੀਂ ਸਭ ਤੋਂ ਵਧੀਆ अपनी लाइफ गुजार सकते हो, जिथे रहना बहुत ही अच्छा मन्या जाता है हरेक फील्ड के मुताबिक। ठीक है ना, एनवायरनमेंट के मुताबिक, यानी कि खान पीन के मुताबिक, हरेक फील्ड के मुताबिक सब तो अच्छा मन्या जाता है। उस विच उन्होंने पूछ लिया किहड़ी सिटी टॉप ते रही है, किहड़ी सिटी टॉप ते रही है, दसो मैनूं। टोक्यो, न्यूयॉर्क, वीना, न्यू दिल्ली। कर दो आंसर, टोक्यो, वीना, दसो टोक्यो, न्यूयॉर्क, वीना, दिल्ली। इसका आंसर क्या आएगा अपना, न्यूयॉर्क। सॉरी न्यूयॉर्क नहीं आएगा, माफी चाहूंगा, गलती ना बोल गया मैं। वीना, वीना के किसकी कैपिटल है, ऑस्ट्रेलिया। किसकी, ऑस्ट्रिया दी। याद रखना किसकी कैपिटल है, ऑस्ट्रिया दी। और ये भी याद रखना अपने भारत का रैंक किनवा है, 141। किनवा रैंक है, 141, जिस विच अपना किहड़ा शहर आ जाता है, न्यू दिल्ली अते नवी मुंबई। किहड़ा आ जाता है, न्यू दिल्ली अते नवी मुंबई। और इसनूं इशू करने वाले कौन है, पूछा जाता है कि ग्लोबल लिवएबिलिटी इंडैक्स नूं इशू करने वाले कौन है। याद रखना इसनूं इशू करने वाले हैगे EIU। EIU मतलब इकोनॉमिक इंटैलीजेंस यूनिट, इकोनॉमिक इंटैलीजेंस यूनिट। याद रखना। और दूसरे ते केड़ी सिटी है, जे टॉप ते बीना है तो दूसरे ते हैगी है कोपनहैगन। केड़ी है, कोपनहैगन, डेनमार्क की सिटी है। और तीसरे ते मेलबर्न, तीसरे ते मेलबर्न। याद रखना तीसरे ते कौन है, मेलबर्न। चलो अगे देखो हुण अगे एक AI सुपर कंप्यूटर है, तुहानूं पता AI मतलब आर्टिफिशियल है ना, आर्टिफिशियल इंटैलीजेंस।
ਤੇ ਇੱਕ ਸੁਪਰ ਕੰਪਿਊਟਰ ਦਾ ਨਾਮ ਹੈ ਏਅਰ ਜਾਂ AI ਰਾਵਤ। ਕੀ ਨਾਮ ਹੈ? AI ਰਾਵਤ। ਹੁਣ AI ਜਿਹੜਾ ਰਾਵਤ ਹੈ, ਜੇ ਆਪਾਂ ਇਸ ਦੇ ਬਾਰੇ ਦੇਖੀਏ, ਕਹਿੰਦੇ ਇਹ ਇੱਕ ਸੁਪਰ ਕੰਪਿਊਟਰ ਆਪਣੇ ਭਾਰਤ ਵਿੱਚ ਕਿਹੜੀ ਸਿਟੀ ਵਿੱਚ ਇਸ ਨੂੰ ਲਗਾਇਆ ਗਿਆ ਹੈ? ਦਿੱਲੀ ਵਿੱਚ, ਗੁਹਾਟੀ ਵਿੱਚ, ਪੁਣੇ ਵਿੱਚ, ਕਾਨਪੁਰ ਵਿੱਚ। ਕਰ ਦਿਓ ਆਨਸਰ, ਕਿੱਥੇ ਲਗਾਇਆ ਗਿਆ? ਕਰੋ ਆਨਸਰ। आंसर करो। जस्ट अ मिनट, थोड़ा यार टेक्निकल एरर है, ज्यादा नहीं, बस जस्ट अ मिनट, पर 2 मिनट विच लेट्स सी द आंसर करो कित्थे लगाया गया है। ਇਹਦਾ ਆਨਸਰ ਕੀ ਆ ਜਾਏਗਾ ਆਪਣਾ? पुणे। ਕੀ ਆਨਸਰ ਆ ਜਾਏਗਾ ਆਪਣਾ? पुणे। ਕਿੱਥੇ ਆ ਜਾਏਗਾ ਆਪਣਾ? पुणे। ਹੁਣ ਜੇ ਆਪਾਂ ਦੇਖੀਏ पुणे ਦੇ ਵਿੱਚ ਇਹ ਜਿਹੜਾ ਲਗਾਇਆ ਗਿਆ ਹੈ, ਹੁਣ ਆਪਣੇ ਭਾਰਤ ਦਾ ਜਿਹੜਾ AI ਸੁਪਰ ਕੰਪਿਊਟਰ ਹੈ ਨਾ, ਹੁਣ ਇਸ ਦਾ ਰੈਂਕ ਵੀ ਪੁੱਛਿਆ ਜਾਂਦਾ ਕਈ ਵਾਰੀ, ਇਸ ਦਾ ਰੈਂਕ ਵੀ ਪੁੱਛਿਆ ਜਾਂਦਾ, ਤਾਂ ਇਸ ਨੂੰ ਧਿਆਨ ਚ ਰੱਖਣਾ। ਇਸ ਦਾ ਰੈਂਕ ਪੂਰੀ ਦੁਨੀਆ 'ਚ ਕਿੰਨਵੇਂ ਰੈਂਕ ਤੇ ਹੈ? 75ਵੇਂ ਰੈਂਕ ਤੇ। ਕਿੰਨਵੇਂ ਰੈਂਕ ਤੇ ਹੈ? 75ਵੇਂ ਰੈਂਕ ਤੇ ਹੈ। ਔਰ ਇਹ ਵੀ ਯਾਦ ਰੱਖਣਾ ਕਿ ਸਭ ਤੋਂ ਪਹਿਲੇ ਯਾਨੀ ਕਿ ਟੌਪ ਤੇ ਕਿਹੜਾ ਐਸਾ ਸੁਪਰ ਕੰਪਿਊਟਰ ਹੈ ਜੋ ਪੂਰੀ ਦੁਨੀਆ ਵਿੱਚ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਜੇ ਆਪਾਂ ਦੇਖੀਏ ਉਹਦਾ ਨਾਮ ਕੀ ਹੈ? ਫਰੰਟੀਅਰ। ਕੀ ਨਾਮ ਹੈ? ਫਰੰਟੀਅਰ। देन फ्रंटियर किधर है? अमेरिका का। फ्रंटियर किधर है? अमेरिका का। और याद रखना दूसरा सब तो अच्छा कंप्यूटर किदा मन्ना जाता है? फुगाको। फुगाको ये तो पता ही होएगा। इलेक्ट्रॉनिक्स जे फील्ड च देखिए जापान सब तो अगे है अमेरिका तो बाद, ਤਾਂ फुगाको ते पहले ते केड़ा फ्रंटियर ਅਤੇ भारत ਦਾ रैंक कितना है? 75वां। केड़ा? AI रावत। AI रावत याद रखना इस चीज। ठीक है जी, चलो अगे देखते हैं। सो मैं ਤੁਹਾਨੂੰ ਉਨਾ ਹੀ ਰੱਖ ਰਿਹਾ ਕਿਉਂਕਿ ਮੰਥਲੀ ਕਰੰਟ ਅਫੇਅਰਸ ਹੈ, ਤਾਂ ਆਪਾਂ ਉਨੀ ਡਿਟੇਲ ਕਰ ਰਹੇ ਜਿੰਨੀ ਸਾਨੂੰ ਲੋੜ ਹੈ, ਯਾਨੀ ਕਿ ਤਾਂ ਕਿ ਆਪਣੇ ਕਰੰਟ ਅਫੇਅਰ ਅੱਛੇ ਤਰੀਕੇ ਨਾਲ ਕੰਪਲੀਟ ਹੋ ਸਕਣ। ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਪਾਰਟ 2 ਵੀ ਆਵੇ ਇਹਦਾ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਚੈਨਲ ਸਬਸਕ੍ਰਾਈਬ ਕਰੋਗੇ ਉਨਾ ਹੀ ਅਸੀਂ ਮੋਟੀਵੇਟ ਹੋਵਾਂਗੇ। ਉਸੇ ਤਰੀਕੇ ਨਾਲ ਤੁਹਾਡੇ ਨਾਲ ਵੱਧ ਤੋਂ ਵੱਧ ਤੁਹਾਡੇ ਲਈ ਇਸੇ ਤਰੀਕੇ ਨਾਲ ਆਪਾਂ ਸੀਰੀਜ਼ ਬਣਾਉਂਦੇ ਜਾਵਾਂਗੇ। ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵੀਡੀਓ ਨੂੰ ਲਾਈਕ ਕਰ ਲੈਣਾ, ਤੇ ਆਪਣੇ ਨਾਲ ਆਪਣੇ ਕਿਸੇ ਵੀ ਦੋ ਫਰੈਂਡ ਨੂੰ, ਯਾਨੀ ਕਿ ਤੁਹਾਡੇ ਕੋਈ ਵੀ ਖਾਸ ਦੋਸਤ ਹੋ ਸਕਦੇ ਹੈ, ਉਹਨਾਂ ਨੂੰ ਪਲੀਜ਼ ਇਹ ਸ਼ੇਅਰ ਕਰ ਦੇਣਾ। ਅਗਰ ਦੇਖੋ ਹੁਣ ਅਗਲਾ ਕੁਐਸਚਨ ਪੁੱਛ ਲਿਆ ਸਪੋਰਟਸ ਨਾਲ ਰਿਲੇਟਡ। ਹੁਣ ਜੂਨ ਦੇ ਮਹੀਨੇ ਇੱਕ ਇੰਟਰਨੈਸ਼ਨਲ ਦੇਖੀਏ ਤਾਂ ਇੰਟਰਕੌਂਟੀਨੈਂਟਲ ਕੱਪ ਹੋਇਆ ਸੀ, ਯਾਨੀ ਕਿ ਟੂਰਨਾਮੈਂਟ ਹੋਇਆ ਸੀ, ਤੇ ਇਸ ਟੂਰਨਾਮੈਂਟ ਨੂੰ ਕਿਸ ਨੇ ਜਿੱਤਿਆ? ਇਸ ਟੂਰਨਾਮੈਂਟ ਨੂੰ ਕਿਸ ਨੇ ਜਿੱਤਿਆ? ਲੈਟਸ ਸੀ, ਕੋਈ ਆਨਸਰ ਕਰੋ। ਇਸ ਟੂਰਨਾਮੈਂਟ ਨੂੰ ਜਿੱਤਣ ਵਾਲੇ ਕੌਣ ਹੈ? ਤੁਹਾਨੂੰ ਜਾਣ ਕੇ ਹੋਰ ਅੱਛਾ ਲੱਗੇਗਾ ਇਸ ਨੂੰ ਜਿੱਤਣ ਵਾਲੇ ਇੰਡੀਆ ਹੈ, ਕਿਉਂਕਿ ਇਹ ਟੂਰਨਾਮੈਂਟ ਕਾਹਦਾ ਹੈ? ਫੁੱਟਬਾਲ ਦਾ। ਫੁੱਟਬਾਲ ਭਾਰਤ ਵਿੱਚ ਇੰਨੀ ਟ੍ਰੈਂਡ ਨਹੀਂ ਹੈਗਾ। ਦੈਨ ਜੇ ਆਪਾਂ ਇੰਨਾ ਗੱਲ ਆਖੀਏ ਤਾਂ ਯਾਦ ਰੱਖਣਾ, ਤੇ ਇਹ ਜਿਹੜਾ ਕੱਪ ਹੋਇਆ ਸੀ ਕਿੱਧਰ ਹੋਇਆ ਸੀ? ਭੁਵਨੇਸ਼ਵਰ ਵਿੱਚ ਹੋਇਆ ਸੀ। ਕਿੱਥੇ ਹੋਇਆ ਸੀ? ਭੁਵਨੇਸ਼ਵਰ ਵਿੱਚ ਹੋਇਆ ਸੀ। ਤੇ ਇਸ ਚੀਜ਼ ਨੂੰ ਧਿਆਨ ਚ ਰੱਖਿਓ। ਅਤੇ ਇਸ ਨੂੰ ਜਿੱਤਣ ਵਾਲੇ ਕੌਣ ਹੈ? ਇੰਡੀਆ। ਹਰਾਇਆ ਕਿਹਨੂੰ ਸੀ ਇਹਨਾਂ ਨੇ? ਪਤਾ ਕਿਸੇ ਨੂੰ ਹਰਾਇਆ ਕਿਹਨੂੰ ਸੀ? ਕਰੋ ਆਨਸਰ, ਇਹ ਤੁਹਾਡੇ ਲਈ ਕੁਐਸਚਨ ਹੈ। ਮੈਨੂੰ ਇਹ ਦੱਸੋ ਇਸ ਨੂੰ ਹਰਾਉਣ ਵਾਲੇ ਕੌਣ ਸੀ? ਲੈਬਨਾਨ। ਯਾਨੀ ਕਿ ਲੈਬਨਾਨ ਨੂੰ ਹਰਾ ਕੇ ਇੰਡੀਆ ਨੇ ਇਹ ਮੈਚ ਤੇ ਇਹ ਫਾਈਨਲ ਮੈਚ ਜਿੱਤ ਲਿਆ, ਅਤੇ ਇਸ ਦੇ ਨਾਲ ਹੀ ਇਹਨਾਂ ਨੇ ਇੰਟਰਕੌਂਟੀਨੈਂਟਲ ਫੁੱਟਬਾਲ ਕੱਪ ਜਿੱਤ ਲਿਆ। ਅਗਰ ਦੇਖੋ ਨੈਸ਼ਨਲ ਵਾਟਰ ਅਵਾਰਡਸ ਵਿੱਚ ਫਸਟ ਟੌਪ ਤੇ ਕੌਣ ਰਿਹਾ? ਨੈਸ਼ਨਲ ਵਾਟਰ ਅਵਾਰਡਸ ਵਿੱਚ ਫਸਟ ਤੇ ਟੌਪ ਤੇ ਕੌਣ ਰਿਹਾ? ਗੁਜਰਾਤ ਰਿਹਾ, ਉੜੀਸਾ ਰਿਹਾ, MP ਰਿਹਾ, ਗੋਆ ਰਿਹਾ। ਕਰ ਦੋ ਆਨਸਰ। ਗੁਜਰਾਤ ਰਿਹਾ, ਉੜੀਸਾ ਰਿਹਾ, MP ਰਿਹਾ, ਗੋਆ ਰਿਹਾ। ਕਰ ਦੋ, ਸ਼ਾਬਾਸ਼। ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ? MP ਰਿਹਾ। ਹੁਣ ਯਾਦ ਰੱਖਣਾ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ, ਇਹ ਤਾਂ ਪਤਾ ਹੀ ਆਪਾਂ ਨੂੰ। ਜੇ ਫੁੱਲ ਫਲੈਜ ਸਟੇਟ ਪੁੱਛ ਲਈ ਗਈ, ਫੁੱਲ ਫਲੈਜ ਓਵਰਆਲ, ਤਾਂ ਕਿਹੜੀ ਹੈ? MP ਹੈ, ਇਹ ਯਾਦ ਰੱਖਿਓ। ਜੇ ਪੁੱਛ ਲਿਆ ਗਿਆ ਕੋਈ ਵੀ ਮਿਊਨਿਸਪਲ ਕਾਰਪੋਰੇਸ਼ਨ ਜੋ ਵਾਟਰ ਪਾਣੀ ਦੇ ਪਰਫਾਰਮੈਂਸ ਵਿੱਚ, ਯਾਨੀ ਕਿ ਜਿਸਨੇ ਪਾਣੀ ਦੀ ਸੰਭਾਲ ਬਹੁਤ ਹੀ ਅੱਛੇ ਤਰੀਕੇ ਨਾਲ ਕੀਤੀ ਹੈ, ਉਸ ਵਿੱਚ ਕੌਣ ਰਿਹਾ? ਚੰਡੀਗੜ੍ਹ ਰਿਹਾ। ਕੌਣ ਰਿਹਾ? ਚੰਡੀਗੜ੍ਹ ਰਿਹਾ। ਔਰ ਜੇ ਪੁੱਛ ਲਿਆ ਜਾਵੇ ਜ਼ਿਲ੍ਹਾ, ਕੀ ਪੁੱਛ ਲਿਆ ਜਾਵੇ ਜ਼ਿਲ੍ਹਾ, ਤਾਂ ਜ਼ਿਲ੍ਹਾ ਕਿਹੜਾ ਰਿਹਾ? ਗੰਜਮ। ਕਿਹੜਾ ਰਿਹਾ? ਗੰਜਮ। ਜੇ ਆਪਾਂ ਗੰਜਮ ਦੇਖੀਏ, ਗੰਜਮ ਕਿੱਥੇ ਦਾ ਹੈ? ਉੜੀਸਾ ਦਾ। ਗੰਜਮ ਕਿੱਥੇ ਦਾ ਹੈ? ਉੜੀਸਾ ਦਾ। ਯਾਦ ਰੱਖਣਾ ਗੰਜਮ ਕਿੱਥੇ ਦਾ ਹੈ? ਉੜੀਸਾ ਦਾ। ਚਲੋ ਉਸ ਤੋਂ ਬਾਅਦ ਯਾਦ ਰੱਖਣਾ ਇਹ ਸਾਰੇ ਪ੍ਰਾਈਸਿਸ ਕੌਣ ਦਿੰਦਾ ਹੈ, ਯਾਨੀ ਕਿ ਨੈਸ਼ਨਲ ਵਾਟਰ ਅਵਾਰਡਸ ਦੇ ਪ੍ਰਾਈਸਿਸ ਕੌਣ ਦਿੰਦਾ ਹੈ? ਇਹ ਆਪਾਂ ਦੇਖੀਏ ਕੌਣ ਦਿੰਦਾ ਹੈ? ਮਿਨਿਸਟਰੀ ਆਫ ਜਲ ਸ਼ਕਤੀ। ਕਿਹੜਾ? ਮਿਨਿਸਟਰੀ ਆਫ ਜਲ ਸ਼ਕਤੀ। ਹੁਣ ਮਿਨਿਸਟਰੀ ਆਫ ਜਲ ਸ਼ਕਤੀ ਕਦੋਂ ਬਣੀ ਇਹ ਵੀ ਪਤਾ ਹੋਣਾ ਚਾਹੀਦਾ ਹੈ। ਮਿਨਿਸਟਰੀ ਆਫ ਜਲ ਸ਼ਕਤੀ ਬਣੀ ਸੀ 2019 ਦੇ ਵਿੱਚ, ਜਦੋਂ BJP ਗਵਰਨਮੈਂਟ ਦੂਸਰੀ ਵਾਰੀ ਚੁਣ ਕੇ ਆਉਂਦੀ ਹੈ। ਅਤੇ ਇਹ ਵੀ ਯਾਦ ਰੱਖਣਾ ਇਹਨਾਂ ਨੇ ਇੱਕ ਪ੍ਰੋਗਰਾਮ ਵੀ ਚਲਾਇਆ ਹੋਇਆ, ਹਰ ਘਰ ਜਲ
ये पता ही है, यानी कि हरेक घर ਦੇ ਵਿੱਚ ਟੈਪ ਵਾਟਰ ਮਿਲੇ ਸਾਰਿਆਂ ਨੂੰ, ਇਹ ਵੀ ਪਤਾ ਹੀ ਹੈ ਨਾ। ਯਾਨੀ ਕਿ ਹੁਣ ਇਹ ਵੀ ਧਿਆਨ ਰੱਖੋਗੇ ਕਿ ਇਸ ਦੇ ਨਾਲ ਕਿ ਇਹਦਾ ਟਾਰਗੇਟ ਕਦੋਂ ਕੰਪਲੀਟ ਕਰਨਾ ਆਪਾਂ ਨੇ, ਘਰ ਘਰ ਤੱਕ ਟੂਟੀ ਦੁਆਰਾ ਪਾਣੀ ਪਹੁੰਚ ਜਾਵੇ, ਇਸ ਦਾ ਟਾਰਗੇਟ ਹੈ 2024 ਯਾਦ ਰੱਖਣਾ, ਠੀਕ ਹੈ ਜੀ। ਅਤੇ ਪੁੱਛ ਲਿਆ ਜਾਵੇ ਬੈਸਟ ਪੰਚਾਇਤ ਕਿਹੜੀ ਹੈ, ਬੈਸਟ ਪੰਚਾਇਤ ਹੈ ਤੇਲੰਗਾਨਾ ਦੀ, ਬੈਸਟ ਪੰਚਾਇਤ ਕਿਹੜੀ ਹੈ ਤੇਲੰਗਾਨਾ ਦੀ। ਜੇ ਆਪਾਂ ਦੇਖੀਏ ਬੈਸਟ ਪੰਚਾਇਤ ਕਿਹਨੂੰ ਮੰਨਿਆ ਜਾਂਦਾ ਤੇਲੰਗਾਨਾ ਦੀ, ਜਿਹਦਾ ਨਾਮ ਕੀ ਹੈ ਜਗਨਾਧਾਪੁਰਮ, ਜਗਨਾਧਾਪੁਰਮ। ਥੋੜਾ ਜਿਹਾ ਪਲੀਜ਼ ਮੇਰੇ ਨਾਲ ਟੈਕਸਟ ਨੂੰ ਲੈ ਕੇ ਕੋਆਪਰੇਟ ਕਰ ਲਿਓ, ਬਾਕੀ ਹੌਲੀ ਹੌਲੀ ਸਾਰੀ ਚੀਜ਼ਾਂ ਆਪਣੇ ਆਪ ਮਤਲਬ ਪਰਫੈਕਟ ਹੁੰਦੀਆਂ ਜਾਣਗੀਆਂ। अगर देखो अगर पूछा गया गांधी पीस प्राइज, हूँ गांधी पीस प्राइज तो की मतलब है कि ऐसा कोई पर्सनैलिटी, ऐसा कोई ऑर्गेनाइजेशन जिसने शांतमई माहौल बनाने की, शांतमई मतलब एक एनवायरमेंट क्रिएट करने ਵਿੱਚ ਮੇਨ ਭੂਮਿਕਾ ਨਿਭਾਈ ਹੋਵੇ ਆਪਣੇ ਤਰੀਕੇ ਨਾਲ। ਤਾਂ ਉਸ ਵਿੱਚ ਦੱਸੋ ਚਾਰਾਂ ਵਿੱਚੋਂ ਕਿਸ ਨੂੰ ਇਹ ਪ੍ਰਾਈਜ਼ ਦਿੱਤਾ ਗਿਆ ਹੈ, ਗਾਂਧੀ ਪੀਸ ਪ੍ਰਾਈਜ਼। ਸੋ ਇਸ ਸਾਲ ਦਾ ਕਿਹਨੂੰ ਮਿਲਿਆ, ਲੈਟਸ ਸੀ ਗੀਤਾ ਪ੍ਰੈਸ ਨੂੰ, ਨੈਲਸਨ ਮੰਡੇਲਾ ਨੂੰ, ਮੁਜਬਿਰ ਰਹਿਮਾਨ ਨੂੰ, ਇਜ਼ਰੋ ਨੂੰ। ਕਰ ਦੋ ਆਨਸਰ, ਕਿਹਨੂੰ ਮਿਲਿਆ, ਇਹ ਮਿਲਿਆ ਗੀਤਾ ਪ੍ਰੈਸ ਨੂੰ। ਕਿਹਨੂੰ ਮਿਲਿਆ, ਗੀਤਾ ਪ੍ਰੈਸ ਨੂੰ। ਔਰ ਯਾਦ ਰੱਖਣਾ ਗੀਤਾ ਪ੍ਰੈਸ ਨੂੰ ਇਸ ਸਾਲ ਦਾ ਮਿਲਿਆ। ਜੇ ਪੁੱਛ ਲਿਆ ਜਾਵੇ 2020 ਦਾ, ਕਿਉਂਕਿ ਇਹ 2021 ਦਾ ਨਾ, 2020 ਦਾ ਪੁੱਛ ਲਿਆ ਤਾਂ ਕੌਣ ਹੈ, ਮੁਜਬਿਰ ਰਹਿਮਾਨ। ਕੌਣ ਹੈ, ਮੁਜਬਿਰ ਰਹਿਮਾਨ। ਔਰ ਇਹ ਵੀ ਯਾਦ ਰੱਖਿਓ ਕਿ ਜੇ ਆਪਾਂ ਗੱਲ ਕਰੀਏ ਇਹ ਜਿਹੜਾ ਇੰਟਰਨੈਸ਼ਨਲ ਗਾਂਧੀ ਪ੍ਰਾਈਜ਼ ਹੈ ਨਾ, ਗਾਂਧੀ ਪੀਸ ਪ੍ਰਾਈਜ਼ ਦੇਣ ਵਾਲਾ ਕੌਣ ਹੈ, ਗਵਰਨਮੈਂਟ ਆਫ ਇੰਡੀਆ, ਤਾਂ ਹੀ ਇੰਪੋਰਟੈਂਟ ਹੈ। ਤਾਂ ਪਹਿਲੀ ਵਾਰ ਕਦੋਂ ਦਿੱਤਾ ਗਿਆ ਸੀ, ਪਹਿਲੀ ਵਾਰ ਕਦੋਂ ਦਿੱਤਾ ਗਿਆ ਸੀ, 1995। 1995 ਕਿਸ ਨੂੰ ਮਿਲਿਆ ਸੀ, ਜੂਲੀਅਸ ਨੂੰ ਮਿਲਿਆ ਸੀ। ਕਿਹਨੂੰ ਮਿਲਿਆ ਸੀ, ਜੂਲੀਅਸ ਨੂੰ ਦਿੱਤਾ ਗਿਆ ਸੀ। ਯਾਦ ਰੱਖਣਾ ਸਭ ਤੋਂ ਪਹਿਲਾ ਅਵਾਰਡ ਜੂਲੀਅਸ ਨੂੰ ਦਿੱਤਾ ਗਿਆ ਸੀ। ਇਸ ਵਿੱਚ 1 ਕਰੋੜ ਰੁਪਇਆ ਦਿੱਤਾ ਜਾਊਗਾ, ਇਹ ਵੀ ਯਾਦ ਰੱਖਿਓ, ਠੀਕ ਹੈ ਜੀ। ਅਤੇ ਗੀਤਾ ਪ੍ਰੈਸ ਹੈ ਕੀ ਹੈ, ਇਹ ਸਭ ਤੋਂ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਪਬਲਿਸ਼ਰ ਹੈ ਜੋ ਹਿੰਦੂ ਰਿਲੀਜੀਅਸ, ਹਿੰਦੂ ਧਰਮਾਂ ਦੇ ਪੁਸਤਕ ਛਾਪਦੀ ਹੈ, ਹਿੰਦੂ ਧਰਮਾਂ ਦੇ ਪੁਸਤਕ ਛਾਪਦੀ ਹੈ ਕਿੱਥੇ ਹੈ, ਗੋਰਖਪੁਰ ਵਿੱਚ। ਕਿੱਥੇ ਹੈ, ਗੋਰਖਪੁਰ ਵਿੱਚ। ਹੁਣ ਇਹ ਆਖਣਾ ਗੋਰਖਪੁਰ ਕਿੱਥੇ ਹੈ, ਯੂਪੀ ਦੇ ਵਿੱਚ। ਬਟ ਇੱਕ ਗੋਰਖਪੁਰ ਕੀ ਬਣਿਆ ਲੇਟੈਸਟ, ਨਿਊਕਲੀਅਰ ਪਾਵਰ ਪਲਾਂਟ ਬਣਿਆ। ਕੀ ਬਣਿਆ, ਨਿਊਕਲੀਅਰ ਪਾਵਰ ਪਲਾਂਟ ਬਣਿਆ, ਬਟ ਉਹ ਯੂਪੀ 'ਚ ਨਹੀਂ ਹੈ, ਉਹ ਕਿੱਥੇ ਹੈ, ਆਪਣਾ ਹਰਿਆਣਾ ਵਿੱਚ। ਇੱਕ ਨਿਊਕਲੀਅਰ ਪਾਵਰ ਪਲਾਂਟ ਬਣਿਆ, ਉਹ ਕਿੱਥੇ ਬਣਿਆ, ਹਰਿਆਣੇ ਦੇ ਵਿੱਚ। ਇੱਕ ਗੋਰਖਪੁਰ ਜੋ ਜਿੱਥੇ ਕੀ ਹੈ ਗੀਤਾ ਪ੍ਰੈਸ, ਉਹ ਕਿੱਥੇ ਹੈ, ਯੂਪੀ ਦੇ ਵਿੱਚ। ਇਹ ਯਾਦ ਰੱਖੋ। ਅਗਰ ਦੇਖੋ ਹੁਣੀ ਚੱਕਰਵਾਤ ਆ ਕੇ ਹਟਿਆ ਬਿਪਰਜੋਏ। ਹੁਣ ਕਹਿੰਦੇ ਜੀ ਜਿਹੜੇ ਸਾਈਕਲੋਨ ਦੇ ਨਾਮ ਦਿੱਤੇ ਜਾਂਦੇ ਆ ਉਹ ਕੋਈ ਨਾ ਕੋਈ ਕੰਟਰੀ ਦਿੰਦੀ ਹੈ। ਮੈਨੂੰ ਇਹ ਦੱਸੋ ਇਹ ਕਿਸ ਕੰਟਰੀ ਨੇ ਇਸ ਦਾ ਨਾਮ ਦਿੱਤਾ ਹੈ, ਇੰਡੀਆ, ਬਾਂਗਲਾदेश, यूएई, फिलीपींस। कर दो आंसर, किसने नाम दिता है इसका, जल्दी आंसर करो। इसका आंसर क्या रहेगा अपना, बांग्लादेश। ये आंसर आ रहेगा बांग्लादेश। तो ये भी याद रखो एक ट्रॉपिकल साइक्लोन है, ये भी याद रखना। दैन ये आप समझांगे अगे जाके इसका की मतलब होंगे। और ये भी याद रखना है ज़्यादातर ये कितने देखने मिले, अरेबियन सी वर, कितने अरेबियन सी। ज़्यादातर किहड़ा एरिया इंपैक्ट किया, एरिया की गल करिए तो इंडिया अते पाकिस्तान, इंडिया अते पाकिस्तान, इंडिया अते पाकिस्तान। क्लीयर है जी। चलो अगे देखो हुण अगे फिर एक अपॉइंटमेंट आ गई है सेंट्रल विजिलेंस कमीशन है ना, सेंट्रल विजिलेंस कमिश्नर ऑफ इंडिया। इससे नवे हैड कौन बने ने, यानी कि कमिश्नर कौन बने ने। सिंपल जी गल पूछी गई है, इसके कमिश्नर कौन बने ने। सो बिना टाइम वेस्ट किए मैनूं दस सकते हो कौन बने हैं, प्रवीण कुमार श्रीवास्तव। कौन बने ने, प्रवीण कुमार श्रीवास्तव। हुण याद रखना हुण ये सेंट्रल विजिलेंस कमिशन है ये बिल्कुल सीबीआई वर्गा ही काम करती है। तो इसनूं कदों लिआउंदा गया सी, इसनूं लिआउण लई ਅਸੀਂ 1964 ਦੇ ਵਿੱਚ ਦੈਨ ਇੱਕ ਕਮੇਟੀ ਬੈਠੀ ਸੀ। ਇਸ ਕਮੇਟੀ ਦਾ ਨਾਮ ਕੀ ਸੀ, ਕੇ ਸੰਥਨਮ ਕਮੇਟੀ। ਕੀ ਨਾਮ ਸੀ, ਕੇ ਸੰਥਨਮ ਕਮੇਟੀ। ਇਸ ਕਮੇਟੀ ਨੇ ਰਿਕਮੈਂਡ ਕੀਤਾ ਸੀ ਸਾਡੇ ਕੋਲ ਇਸ ਤਰੀਕੇ ਦਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੋਣਾ ਚਾਹੀਦਾ। तो इस आधार पर हरेक साल ये इस मतलब कि आप कह सकते हो कि जो भ्रिष्टाचार है उसके आधारित जिन्नियां भी अपनी रिपोर्ट्स है वो किसनों दिंदी है, जे आप गल करिए राष्ट्रपति नूं हरेक साल रिपोर्ट जाउंदी है। अते इसके कमिश्नर चुनण लई 3 मैंबर दी कमेटी हुंदी है। पहला मैंबर कौन हुंदा है, जे आप गल करिए प्राइम मिनिस्टर खुद हुंदे ने। दैन पहला मैंबर कौन हुंदा है, प्राइम मिनिस्टर खुद हुंदे ने। दूसरा गृह मंत्रालय के मंत्री, गृह मंत्रालय यानी कि होम मिनिस्टर। तीसरा ओपोजिशन के लीडर, कौन, ओपोजिशन दे सॉरी माफी चाहूँगा ओपोजिशन दे लीडर, ओपोजिशन दे लीडर। सो मैं फिर कह रहा थोड़ा टेक्सचुअल मिलना कोऑपरेट कर लियो। अगर देखो स्टेट हेल्थ इंडेक्स, स्टेट हेल्थ इंडेक्स, ये हेल्थ इंडेक्स देने वाला केड़ा एजेंसी है, केड़ा ऑर्गेनाइजेशन है। नीति आयोग, WHO, नीति आयोग, WHO, यूनिसेफ, नन ऑफ दीज। कर दो आंसर, कौन है, करो। सो
इसनों लियाउण वाला यानी कि इंडेक्स लियाउण वाला कौन है? नीति आयोग। स्टेट हैल्थ इंडेक्स विच ओवरऑल, स्टेट हैल्थ इंडेक्स विच ओवरऑल टॉप ते कौन रहे? जे पूछ लिया जाए टॉप ते कौन रहे? केरला। कौन रहे? केरला। कौन रहे? केरला। और याद रखना ते सब तो बॉटम ते कौन रहे? बिहार। सब तो बॉटम ते कौन रहे? बिहार। ये तो फुल फ्लैश स्टेट की गल चल रही है। जे पूछ लिया जाए छोटे स्टेट्स विच, स्मॉलर स्टेट विच, उसते सब तो टॉप ते कौन रहे? जब गल करिए कौन रहे? त्रिपुरा। कौन रहे? त्रिपुरा। स्मॉलर स्टेट दे विच टॉप ते कौन रहे? त्रिपुरा। और उस तो बाद जे यूटी च पूछ लिया जाए टॉप ते कौन रहे? लक्षद्वीप। केड़ा? लक्षद्वीप। ठीक है जी, लक्षद्वीप याद रखना। अगर चलिए चलो अगर देखो हुण कहंदे एक्सटर्नल ऑडिटर अपॉइंट हुए ने द्वार तो 2024 तो लैके 27 दे किस ऑर्गेनाइजेशन ਲਈ? WHO ਲਈ। ਤੇ ਇਹ ਖੁਸ਼ੀ ਹੋਏਗੀ ਭਾਰਤ ਦੇ ਨੇ ਤਾਂ ਕੀ ਨਾਮ ਹੈ ਉਹਨਾਂ ਦਾ? ਲੈਟਸ सी आंसर करो। ऑप्शन च ਤੁਹਾਨੂੰ ਚਾਰੋਂ ਆਪਸ਼ਨਾਂ ਦਿੱਤੀਆਂ, ਕਰੋ ਆਨਸਰ। ਆਪਸ਼ਨ ਤੁਸੀਂ ਖੁਦ ਪੜ੍ਹਨੀ ਹੈ ਕਿਉਂਕਿ ਕੁਝ ਕੰਮ ਤੁਹਾਨੂੰ ਖੁਦ ਵੀ ਕਰਨਾ ਹੈ ਤਾਂ ਕਿ ਤੁਹਾਨੂੰ ਕਮ ਸੇ ਕਮ ਤੁਸੀਂ ਫੋਕਸ ਰਹੋ। ਤਾਂ ਦੱਸੋ ਮੈਨੂੰ ਕੀ ਨਾਮ ਹੈ? सो इसका आंसर क्या रहेगा अपना? ए ऑप्शन, गिरीश चंद्र मुर्मू। की नाम है? गिरीश चंद्र मुर्मू, है ना। हुण याद रखना इन्हू द्रौपदी मुर्मू दे कोई रिश्तेदार ना समझना। ये अपने भारत दे कौन है? कैग है, कंट्रोलर ऑडिटर जनरल है। कौन है? कंट्रोलर ऑडिटर जनरल है। इस चीज़ का तुसीं ध्यान च रखना है। और ये भी याद रखो WHO, हुण गल चल रही है WHO कदों बनी सी? WHO 1948 विच बनी सी। ये भी याद रखना। तो इन्हां दे हैडकुआटर मोस्टली कित्थे हुंदे ने? जिनीवा। डन, जिनीवा स्विट्जरलैंड। और याद रखना इन्हां दे हेड कौन ने? हेड याद रखना टेड्रोस। कौन ने? टेड्रोस आडानोम। टेड्रोस आडानोम। ते मेरी थोड़ी स्पीड च हाई होवे तां याद रखना कि ये अपना मैराथन है। तो थोड़ा जिहा तुहानूं ध्यान रखना है ताकि तुहानूं मतलब एक तरीके नाल तुहाडी भी एक्साइटमेंट बनी रहेगी। अगर तुहानूं लगदा है कि कोई कमी आउंदी है तो प्लीज़ मैनूं जरूर कमेंट सैक्शन च दस्सिओ। अगर अच्छा लगे तां भी प्लीज़ फीडबैक जरूर देना। अगर देखो अगे अपना क्वेश्चन पूछ लिया गया, नेशनल इंस्टीट्यूट रैंकिंग फ्रेमवर्क। नेशनल इंस्टीट्यूट रैंकिंग फ्रेमवर्क यानी कि जो यूनिवर्सिटी की रैंकिंग दिंदी है उस विच अपने भारत की केड़ी यूनिवर्सिटी टॉप ते रही है? केड़ी यूनिवर्सिटी? IIT टॉप ते रही है। तो इसका आंसर क्या रहेगा? मद्रास। केड़ी है? मद्रास। और याद रखना IIT मद्रास, हुण जे आपां गल करिए IIT मद्रास इहदी लेटेस्ट की न्यूज़ है, इहदा एक कैंपस कित्थे लग रहा है? इहदा एक कैंपस मतलब एक ब्रांच कित्थे खुल रही है? तंजानिया कंट्री विच। कित्थे खुल रही है? तंजानिया कंट्री विच। और IIT दिल्ली, इहदी भी न्यूज़ पढ़ लो। IIT दिल्ली दी भी एक कैंपस, एक ब्रांच है ना, कित्थे खुल रहा है? आबू धाबी विच। कित्थे खुल रही है? आबू धाबी विच। ये याद रखियो। हुण दसो नेशनल इंस्टीट्यूट रैंकिंग फ्रेमवर्क ये किहड़ी मंत्रालय लेके आउंदा है? पूछ लिया जाउंदा है एजुकेशन। किहड़ा मंत्रालय है? एजुकेशन, मिनिस्ट्री ऑफ एजुकेशन। क्लीयर है जी। और उस तो बाद याद रखना ओवरऑल दस्सिया तुहानूं मैं टॉप ते किहड़ी रही है? IIT मद्रास। अगे देखो हुण एक सैटेलाइट है NVS-01, ये केड़ी स्पेस एजेंसी ने लॉन्च किया है? केड़ी स्पेस एजेंसी ने लॉन्च किया है? इस लॉन्च करने वाला दसो मैनू। ESA है, इसरो है, नासा है, JAXA। लेट्स सी, कोई आंसर करो। इसनों लॉन्च करने वाला कौन है? कर दो आंसर। सो इसनों लॉन्च करने वाले कौन है? जे आप देखिए अपने भारत है इसरो। कौन है? भारत का इसरो। याद रखना ये भारत एक तरह नाल कोशिश है कि कुछ ऐसे सैटेलाइट लॉन्च किए जान जो मतलब कि एक तरीके नाल साडे मतलब साडी कम्युनिकेशनस जिहड़ी हैं वो होर तंदुरुस्त हो सकन। तो उहदे लिए भारत लगातार इसी सीरीज़ दे विच बहुत सारे सैटेलाइट्स लॉन्च कर रहे हैं। और याद रखना इसरो के हैडकुआटर कित्थे ने? इसरो के हैडकुआटर बेंगलुरु विच ने। इसरो के हैडकुआटर बेंगलुरु विच ने। और याद रखना इस टाइम के जिहड़े हैड ने उत्थे दे, है ना, हैड ने कौन ने? S सोमनाथ ने। कौन ने? S सोमनाथ। ठीक है, S सोमनाथ। लेट्स सी। ओके, उस तो बाद ये भी ध्यान रखोगे तो इसरो का ये पूछ लिया जाए कि कदों फाउंड होया सी? 1969। हैडकुआटर बेंगलुरु, हैड S सोमनाथ। और फाउंड कदों होया? 1969। अगर देखोगे प्रेजिडेंट हुण पूछ लिया गया केड़ी कंट्री दे प्रेजिडेंट द्वारा तो सेम परसन चुने गए हैं जिन्हों का नाम की है? तायब एर्दोगन। कौन है? दसो। लेट्स सी, कर दो आंसर। सो इसका आंसर क्या आएगा अपना? तुर्की। की नाम है? तुर्की है। हुण अज के टाइम आप टर्की भी नहीं कहते हैं, तुर्की भी नहीं कहते हैं, तुर्की कहते हैं। की कहते हैं? IYEA वाला तुर्की। ये भी याद रखना। चलो अगर देखो ये रहने दो अपना क्वेश्चन। अपना अगला क्वेश्चन है ओवरऑल एनवायरमेंट परफॉर्मेंस इंडेक्स विच यानी कि वातावरण के आधार पर इन्हां विचों चारां स्टेट विचों किहड़ी टॉप ते रही है? किहड़ी टॉप ते रही है? कर दो आंसर, जल्दी करो आंसर। सो इसका आंसर क्या आ जाएगा अपना? तेलंगाना। यानी कि ओवरऑल देखिए
परफॉर्मेंस के आधार पर टॉप ते कौन रहा है? तेलंगाना। ਅਤੇ ਜੇ ਪੁੱਛ ਲਿਆ ਜਾਵੇ ਕਿ ਸੈਕਿੰਡ ਤੇ ਕੌਣ ਸੀ? ਸੈਕਿੰਡ ਤੇ ਆਪਣਾ ਹੈਗਾ ਸੀ ਐਮਪੀ। ਸੈਕਿੰਡ ਤੇ ਕਿਹੜਾ ਸੀ? ਐਮਪੀ। ਅਤੇ ਐਮਪੀ ਨੂੰ ਇਹ ਵੀ ਯਾਦ ਰੱਖਿਓ, ਆਪਣੇ ਭਾਰਤ 'ਚ ਸਭ ਤੋਂ ਜ਼ਿਆਦਾ ਫੋਰੈਸਟ ਕਵਰ ਕੈਟਾਗਰੀ ਕਿਹੜੀ ਹੈ? ਏਰੀਆ ਵਾਈਜ਼, ਯਾਨੀ ਕਿ ਏਰੀਆ ਵਾਈਜ਼ ਸਭ ਤੋਂ ਜ਼ਿਆਦਾ ਫੋਰੈਸਟ ਕਵਰ ਕਿੱਥੇ ਹੈ? ਐਮਪੀ ਦੇ ਵਿੱਚ ਹੈ। ਇਹ ਵੀ ਯਾਦ ਰੱਖਣਾ, ਕਲੀਅਰ ਹੈ। ਅਤੇ ਇਹ ਵੀ ਯਾਦ ਰੱਖਿਓ ਕਿ ਥਰਡ ਤੇ ਕੌਣ ਹੈ? ਯੂਟੀ ਹੈ। ਕਿਹੜੀ ਯੂਟੀ ਹੈ? ਦਿੱਲੀ। ਥਰਡ ਤੇ ਕਿਹੜੀ ਹੈ? ਦਿੱਲੀ। ਯਾਦ ਰੱਖਣਾ। ਚਲੋ ਅੱਗੇ ਦੇਖੋ, ਹੁਣ ਕਹਿੰਦੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਹੈ ਨਾ ਸੰਸਥਾ ਆਪਣੀ, ਦੈਨ ਪੂਰੀ ਦੁਨੀਆ ਦੀ ਸਾਰਿਆਂ ਦੀ ਸਾਂਝੀ ਸੰਸਥਾ ਹੈ। ਤਾਂ ਉਸ ਵਿੱਚ ਪਰਮਾਨੈਂਟ ਮੈਂਬਰ ਚੁਣੇ ਜਾਂਦੇ ਆ ਅਤੇ ਨੋਨ ਪਰਮਾਨੈਂਟ ਮੈਂਬਰ ਚੁਣੇ ਜਾਂਦੇ। ਹੁਣ ਲੇਟੈਸਟ ਕੁਝ ਨੋਨ ਪਰਮਾਨੈਂਟ ਮੈਂਬਰ ਚੁਣੇ ਗਏ ਨੇ, ਤਾਂ ਉਰੇ ਪੁੱਛ ਲਿਆ ਗਿਆ ਕਿੰਨੀ ਕੰਟਰੀਆਂ ਨੂੰ ਇਹਦਾ ਮੈਂਬਰ ਬਣਾਇਆ ਗਿਆ ਹੈ? 3 2 5 6 ਕਰ ਦਿਓ ਆਨਸਰ। ਕਿੰਨੇ ਕੰਟਰੀਆਂ ਨੂੰ ਇਹਦਾ ਮੈਂਬਰ ਬਣਾਇਆ ਗਿਆ? ਕਰ ਦਿਓ। ਸੋ ਇਸ ਵਿੱਚ ਕਿੰਨੀਆਂ ਕੰਟਰੀਆਂ ਆਪਣੀਆਂ? 5 ਕੰਟਰੀਆਂ। ਕਿੰਨੀਆਂ ਕੰਟਰੀਆਂ? 5 ਕੰਟਰੀਆਂ। ਅਤੇ ਇਹਨਾਂ ਦੇ ਨਾਮ ਬੋਲਦਾ ਮੈਂ। ਅਲਜੀਰੀਆ, ਠੀਕ ਹੈ, ਅਲਜੀਰੀਆ, ਗੁਆਨਾ, ਰਿਪਬਲਿਕ ਆਫ ਕੋਰੀਆ, ਰਿਪਬਲਿਕ ਆਫ ਕੋਰੀਆ। ਉਸ ਤੋਂ ਬਾਅਦ ਸੀਰੀਆ, ਸੀਰੀਆ ਲਿਓਨੀ, ਸੀਰੀਆ ਲਿਓਨੀ। ਔਰ ਉਸ ਤੋਂ ਬਾਅਦ ਸਲੋਵੇਨੀਆ, ਮਾਫੀ ਚਾਹਾਂਗਾ, ਸਲੋਵੇਨੀਆ, ਸਲੋਵੇਨੀਆ। ਅਤੇ ਇਹ ਫਾਊਂਡ ਕਦੋਂ ਹੋਇਆ ਸੀ? ਪੁੱਛ ਲਿਆ ਜਾਏਗਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਫਾਊਂਡ ਕਦੋਂ ਹੋਇਆ ਸੀ? ਇਹ ਲਗਭਗ ਉਸੇ ਸਮੇਂ ਜਿਸ ਸਮੇਂ ਯੂਨਾਈਟਿਡ ਨੇਸ਼ਨ ਬਣਿਆ, 1945। ਅਤੇ ਇਸਦੇ ਹੈੱਡਕੁਆਟਰ ਕਿੱਥੇ ਨੇ? ਨਿਊਯਾਰਕ, USA। ਇਹ ਵੀ ਯਾਦ ਰੱਖਣਾ। ਅਤੇ ਪਰਮਾਨੈਂਟ ਮੈਂਬਰ ਕਿੰਨੇ ਨੇ? ਪੁੱਛ ਲਿਆ ਜਾਂਦਾ ਪਰਮਾਨੈਂਟ ਮੈਂਬਰ ਕਿੰਨੇ ਨੇ? 5 ਨੇ। ਇਹ ਵੀ ਯਾਦ ਰੱਖਣਾ। 5 ਜਿਹੜੇ ਪਰਮਾਨੈਂਟ ਮੈਂਬਰ ਨੇ, ਤਾਂ ਉਸ ਵਿੱਚ ਕੌਣ ਕੌਣ ਆ ਜਾਂਦਾ ਹੈ? ਚਾਈਨਾ ਆ ਜਾਂਦਾ ਹੈ, ਫਰਾਂਸ ਆ ਜਾਂਦਾ ਹੈ। ਯਾਦ ਰੱਖਣਾ, ਚਾਈਨਾ, ਫਰਾਂਸ, UK, US ਔਰ ਜੇ ਆਪਾਂ ਦੇਖੀਏ ਉਸ ਤੋਂ ਇਲਾਵਾ ਰਸ਼ੀਆ, ਠੀਕ ਹੈ, ਰਸ਼ੀਆ, ਠੀਕ ਹੈ ਜੀ। ਹੁਣ ਇਹ ਧਿਆਨ 'ਚ ਰੱਖੋਗੇ 5 ਮੈਂਬਰ ਪਰਮਾਨੈਂਟ ਹੁੰਦੇ ਨੇ, 15 ਮੈਂਬਰ ਨੋਨ ਪਰਮਾਨੈਂਟ ਹੁੰਦੇ ਨੇ। ਇਹ ਵੀ ਯਾਦ ਰੱਖਣਾ। ਸੌਰੀ, ਮਾਫੀ ਚਾਹਾਂਗਾ, ਮਤਲਬ ਕਿ 15 ਵਿੱਚੋਂ ਜਿਹੜੇ 5 ਮੈਂਬਰ ਹੁੰਦੇ ਨੇ ਪਰਮਾਨੈਂਟ ਹੁੰਦੇ ਨੇ, ਜਿਹੜੇ 10 ਮੈਂਬਰ ਹੁੰਦੇ ਨੇ ਉਹ ਨੋਨ ਪਰਮਾਨੈਂਟ ਹੁੰਦੇ ਨੇ। ਤੁਹਾਡੇ ਲਈ ਕੁਐਸਚਨ ਇਹ ਹੈ ਕਿ ਕਿਆ ਭਾਰਤ ਇਸ ਸਮੇਂ, ਇਸ ਪ੍ਰੈਜ਼ੈਂਟ ਸਮੇਂ ਕਿਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਨੋਨ ਪਰਮਾਨੈਂਟ ਮੈਂਬਰ ਹੈ? ਇਹ ਤੁਹਾਡੇ ਲਈ ਕੁਐਸਚਨ। ਕਰ ਦਿਓ ਆਨਸਰ ਕਮੈਂਟ ਸੈਕਸ਼ਨ ਵਿੱਚ। ਅੱਗੇ ਦੇਖੋ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, ਉਸ ਵਿੱਚ ਸਭ ਤੋਂ ਜ਼ਿਆਦਾ ਮੈਡਲ ਲੈਣ ਵਾਲੀ ਕਿਹੜੀ ਯੂਨੀਵਰਸਿਟੀ ਬਣੀ? ਕਰ ਦਿਓ ਆਨਸਰ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 'ਚ ਸਭ ਤੋਂ ਜ਼ਿਆਦਾ ਮੈਡਲ ਲੈਣ ਵਾਲੀ ਕਿਹੜੀ ਯੂਨੀਵਰਸਿਟੀ ਬਣੀ? ਕਿਹੜੀ ਯੂਨੀਵਰਸਿਟੀ ਬਣੀ ਬੋਲੋ। ਸੋ ਇਹਦਾ ਆਨਸਰ ਕੀ ਰਹੇਗਾ? ਪੰਜਾਬ ਯੂਨੀਵਰਸਿਟੀ। ਕਿਹੜੀ ਬਣੀ? ਪੰਜਾਬ ਯੂਨੀਵਰਸਿਟੀ। ਤੇ ਇਹ ਵੀ ਯਾਦ ਰੱਖੋ, ਇਹ ਜਿਹੜੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੈ ਹੋਏ ਕਿੱਥੇ? ਹੋਏ ਕਿੱਥੇ ਹੈ? ਯੂਪੀ ਦੇ ਵਿੱਚ। ਕਿੱਥੇ ਹੋਏ ਹੈ? ਯੂਪੀ ਦੇ ਵਿੱਚ। ਅਤੇ ਟੌਪ ਤੇ ਕਿਹੜੀ ਰਹੀ ਹੈ? ਆਪਣੀ ਪੰਜਾਬ ਯੂਨੀਵਰਸਿਟੀ। ਅਤੇ ਯਾਦ ਰੱਖਣਾ ਇਹਦਾ ਮਾਸਕੋਟ ਕੀ ਹੈ? ਇਹਦਾ ਮਾਸਕੋਟ ਹੈਗਾ ਸੀ ਜੀਤੂ। ਇਹਦਾ ਮਾਸਕੋਟ ਕੀ ਸੀ? ਜੀਤੂ। ਇਹ ਵੀ ਯਾਦ ਰੱਖਿਓ, ਠੀਕ ਹੈ। ਜੀਤੂ ਕਿਹਨੂੰ ਕਹਿੰਦੇ ਆਪਾਂ? 12 ਸਿੰਘਾਂ, 12 ਸਿੰਘਾਂ ਨੂੰ ਯਾਦ ਰੱਖਣਾ। ਔਰ ਇਹ ਵੀ ਧਿਆਨ ਰੱਖੋਗੇ, ਹੁਣ ਆਪਣੇ ਨੈਸ਼ਨਲ ਗੇਮਸ ਹੋਣ ਜਾ ਰਹੀਆਂ ਇਸ ਸਾਲ ਦੀਆਂ 37th, ਇੱਥੇ ਹੋਣ ਜਾ ਰਹੀਆਂ ਗੋਆ ਦੇ ਵਿੱਚ। ਤੇ ਉਹਦਾ ਮਾਸਕੋਟ ਕੀ ਹੈ? ਮੋਗਾ। ਮਾਸਕੋਟ ਸਮਝਦੇ ਹੋ ਨਾ? ਸਿੰਬਲ ਯਾਦ ਰੱਖਣਾ ਕੀ ਹੈ? ਮੋਗਾ। ਕਲੀਅਰ ਹੈ। ਅਤੇ ਨੈਸ਼ਨਲ ਗੇਮਸ ਨੂੰ ਕੌਣ ਕਰਾਉਂਦਾ ਹੈ? ਇੰਡੀਅਨ ਓਲੰਪਿਕ ਕਮੇਟੀ। ਤੇ ਇਸ ਦੇ ਹੈੱਡ ਕੌਣ ਹੈ? ਪਹਿਲੀ ਵਾਰੀ ਵੂਮਨ ਬਣੇ ਨੇ। ਕੌਣ ਬਣੇ ਨੇ? PT ਊਸ਼ਾ। PT ਊਸ਼ਾ। ਕਲੀਅਰ ਹੈ ਜੀ। ਚਲੋ ਅੱਗੇ ਦੇਖੋ, ਮਿਸਟਰੀ ਸਕੀਮ। ਹੁਣ ਇਹ ਬਹੁਤ ਮਸ਼ਹੂਰ ਹੋ ਰਹੀ ਹੈ ਮਿਸਟਰੀ ਸਕੀਮ। ਪਹਿਲੇ ਤਾਂ ਤੁਸੀਂ ਮੈਨੂੰ ਇਹ ਦੱਸੋ ਮਿਸਟਰੀ ਸਕੀਮ ਹੈ ਕਾਹਦੇ ਲਈ ਹੈ? ਕਰ ਦਿਓ ਆਨਸਰ। ਕੁਐਸਚਨ ਵੀ ਇਹੀ ਪੁੱਛਿਆ ਉਹਨਾਂ ਨੇ, ਮਿਸਟਰੀ ਇਨੀਸ਼ੀਏਟਿਵ ਜਿਹੜਾ ਲਿਆਉਂਦਾ ਗਿਆ ਉਹ ਹੈ ਕਾਹਦੇ ਲਈ ਹੈ? ਹਨੀ ਲਈ ਹੈ, ਸ਼ੂਗਰ ਲਈ ਹੈ, ਮੈਂਗਰੋਵ ਲਈ ਹੈ, ਰਿਵਰ ਲਈ ਹੈ? ਇਹ ਹੈਗਾ ਆਪਣਾ, ਕਰੋ ਆਨਸਰ, ਮੈਂਗਰੋਵ ਲਈ ਹੈ। ਕਿਹਦੇ ਲਈ ਹੈ? ਮੈਂਗਰੋਵ ਲਈ ਹੈ। ਔਰ ਯਾਦ ਰੱਖਣਾ, ਹੁਣ ਮੈਂਗਰੋਵ ਦੇ ਵਿੱਚ ਜੇ ਆਪਾਂ ਦੇਖੀਏ, ਮੈਂਗਰੋਵ ਕੀ ਹੁੰਦੇ ਨੇ? ਪੌਦੇ ਹੀ ਹੁੰਦੇ ਨੇ। ਜਿਵੇਂ ਝਾੜੀਆਂ ਦੇਖਦੇ ਆ ਨਾ ਆਪਾਂ ਸਮੁੰਦਰ ਦੇ ਕੋਲ, ਜਿਹੜੀਆਂ ਝਾੜੀਆਂ ਹੁੰਦੀਆਂ ਉਹਨਾਂ ਨੂੰ ਵੀ ਆਪਾਂ ਮੈਂਗਰੋਵ ਕਹਿੰਦੇ ਆ। ਇਹ ਜ਼ਿਆਦਾਤਰ ਸਮੁੰਦਰ ਦਾ ਜਿਹੜਾ ਏਰੀਆ ਹੁੰਦਾ ਹੈ, ਐਸੀ ਜ਼ਮੀਨ ਜੋ ਸਮੁੰਦਰ ਨਾਲ ਲੱਗਦੀ ਹੋਵੇ, ਉਸ ਨੂੰ ਆਪਾਂ ਕਹਿੰਦੇ ਹਾਂ ਸਮੁੰਦਰੀ ਤੱਟ। ਉੱਥੇ ਇਹ ਮੈਂਗਰੋਵ ਪਾਏ ਜਾਂਦੇ ਨੇ। ਅਤੇ ਇੱਕ ਤਾਂ ਇਹ ਨਮਕ ਦੀ ਮਾਤਰਾ ਨੂੰ ਝੱਲ ਲੈਂਦੇ ਨੇ, ਖਾਸ ਯਾਦ ਰੱਖਣਾ। ਦੂਸਰਾ, ਇਹ ਜਵਾਰ ਭਾਟੇ ਨੂੰ ਝੱਲ ਲੈਂਦੇ ਨੇ। ਜਵਾਰ ਭਾਟਾ ਨੂੰ ਮਤਲਬ ਸਹਿਣ ਕਰ ਲੈਂਦੇ ਨੇ। ਤਾਂ ਇਹ ਬਹੁਤ ਹੀ ਲਾਭਦਾਇਕ ਨੇ। ਹੁਣ ਮੈਂਗਰੋਵਸ ਨੂੰ ਬਚਾਉਣ ਦੇ ਲਈ, ਮੈਂਗਰੋਵਸ ਤੋਂ ਇਨਕਮ ਜਨਰੇਟ ਕਰਨ ਦੇ ਲਈ, ਤਾਂ ਕਿ ਮੈਂਗਰੋਵਸ ਵੱਧ ਤੋਂ ਵੱਧ ਲਗਾਏ ਜਾ ਸਕਣ ਤੇ ਇੱਕ ਕਮਾਈ ਦਾ ਸਾਧਨ ਵੀ ਬਣ ਸਕੇ, ਇਸ ਦੇ ਲਈ ਯਾਦ ਰੱਖਣਾ ਇੱਕ ਸਕੀਮ ਆਈ ਹੋਈ ਹੈ, ਬਜਟ ਦੇ ਵਿੱਚ ਲਿਆਉਂਦੀ ਗਈ, ਜਿਹਦਾ ਨਾਮ ਕੀ ਸੀ? ਉੱਪਰ ਸਭ ਤੋਂ ਉੱਪਰ ਲਿਖਿਆ ਹੈ ਮਿਸਟੀ। ਕੀ ਨਾਮ ਸੀ? ਮਿਸਟੀ। ਯਾਦ ਰੱਖਣਾ ਕੀ ਨਾਮ ਹੈ? ਮਿਸਟੀ। ਔਰ ਇਸ ਮਿਸਟੀ ਸਕੀਮ ਨੂੰ ਕਦੋਂ ਲਿਆਉਂਦਾ ਗਿਆ ਸੀ? 2023-24 ਦੇ ਬਜਟ ਦੇ ਵਿੱਚ। ਯਾਦ ਰੱਖਣਾ, ਠੀਕ ਹੈ ਜੀ, 2023-24 ਦੇ ਬਜਟ ਦੇ ਵਿੱਚ। ਔਰ ਇਹ ਵੀ ਯਾਦ ਰੱਖਣਾ ਕਿ ਮਤਲਬ ਕਿ ਮੈਂਗਰੋਵਸ ਦੇ ਨਾਲ ਨਾਲ ਆਪਾਂ ਵੈਟਲੈਂਡਸ ਨੂੰ ਵੀ ਬਚਾਉਣਾ ਚਾਹੁੰਦੇ ਹਾਂ। ਤੇ ਵੈਟਲੈਂਡਸ ਨੂੰ ਬਚਾਉਣ ਦੇ ਲਈ, ਮਾਫੀ ਚਾਹਾਂਗਾ, ਵੈਟਲੈਂਡਸ ਨੂੰ ਬਚਾਉਣ ਦੇ ਲਈ ਕਿਹੜੀ ਸਕੀਮ ਲਿਆਉਂਦੀ ਗਈ ਸੀ? ਅੰਮ੍ਰਿਤ ਧਰੋਹਰ ਯੋਜਨਾ। ਅੰਮ੍ਰਿਤ ਧਰੋਹਰ ਯੋਜਨਾ।
अमृत धरोहर योजना, अमृत धरोहर योजना। ਤੇ ਵੈਟਲੈਂਡਸ ਨੂੰ ਆਪਾਂ ਅੱਜ ਦੇ ਸਮੇਂ ਕੀ ਕਹਿੰਦੇ ਆ, ਰਾਮਸਰ ਸਾਈਟਸ ਕਹਿੰਦੇ ਆ, ਇਹ ਵੀ ਪਤਾ ਹੋਣਾ ਚਾਹੀਦਾ ਹੈ ਨਾ। ਰਾਮਸਰ ਸਾਈਟਸ ਨੂੰ ਕਹਿੰਦੇ ਆ 2 ਫੈਬ 1971 ਜਦੋਂ ਅਸੀਂ ਸਭ ਤੋਂ ਪਹਿਲਾਂ ਰਾਮਸਰ ਮਨਾਣਾ ਯਾਨੀ ਕਿ ਰਾਮਸਰ ਸਾਈਟ ਦਾ ਦਰਜਾ ਦੇਣਾ ਸਟਾਰਟ ਕੀਤਾ, ਤੇ ਇਸੇ ਦਿਨ ਨੂੰ ਆਪਾਂ ਵਰਲਡ ਵੈਟਲੈਂਡ ਡੇ ਵੀ ਮਨਾਉਂਦੇ ਆ। ਠੀਕ ਹੈ, ਇਹ ਰਾਮਸਰ ਕਿਹੜੀ ਜਗ੍ਹਾ ਹੈ, ईरान ਦੀ। ਕਿਹੜੀ ਜਗ੍ਹਾ ਹੈ, ईरान। ठीक है जी, चलो स्टार्ट करते हैं आगे। अगर देखो अहमदानगर, अहमदानगर का नाम बदल के की रख दिता गया, अहिल्या नगर, धाराशिव, संभाजी नगर, नन ऑफ दीस। कर दो आंसर, की नाम रखा गया है, इसका आंसर क्या आएगा, अहिल्या नगर। की आंसर आएगा अहिल्या नगर। सो अहमदानगर कित्थे दा, करो आंसर, अहमदानगर कित्थे दा, ये हैगा महाराष्ट्र का। ठीक है, गुजरात कंफ्यूज नहीं हो जाना, तो उसका नाम बदल के ही रख दिता गया अहिल्या नगर। अगर देखो यूनाइटेड नेशन जनरल असैंबली, इसके नवे मतलब प्रेजिडेंट चुने गए ने, इन्हों का की नाम है, करो आंसर, टेड्रोस आडानोम, डेनिस फ्रांसिसिस, पी सुलिवान, एस जयशंकर। कर दो आंसर। सो इसका आंसर क्या आएगा अपना, डेनिस फ्रांसिसिस। की आंसर आएगा डेनिस, सॉरी माफी चाहूंगा, की आंसर आएगा डेनिस फ्रांसिसिस। यूएनजीए, सॉरी यूएनजीए ये कदों बनी, ये भी पता होनी चाहिए। यूएनजीए कदों बनी है, ऑलमोस्ट उसी समय जो यूनाइटेड नेशन बनती है, क्योंकि यूनाइटेड नेशन का आधुनिक अंग है, उसका पार्ट है, ये भी याद रखना। हैडकुआटर कितने है, सेम जगह जिथे यूनाइटेड नेशन दे ने, कितने ने, न्यूयॉर्क, अमेरिका। क्लीयर है, चलो। अगर देखो वर्ल्ड मेट्रोलॉजिकल ऑर्गेनाइजेशन, वर्ल्ड मेट्रोलॉजिकल ऑर्गेनाइजेशन उस पहली बारी कोई फीमेल सैकटरी जनरल बनी है, पहली बार। की नाम है उन्होंने, ऑप्शन तुहाडे सामने ने, कर दो आंसर जल्दी मैनू। इसका आंसर क्या आएगा जे आप देखिए, सेलिस्टे स्वालो, सेलिस्टे स्वालो जिहड़े ने, सेलिस्टे स्वालो जिहड़े ने की बने ने, अपने वर्ल्ड मेट्रोलॉजिकल ऑर्गेनाइजेशन के हैड बने ने, यह भी याद रखना। और मतलब कि सैकटरी जनरल कौन होंदा है, जो उत्थे दा ऑपरेशन संभालदा, जो उत्थे दा कार्यभार संभालदा, जिहड़ा दिन प्रतिदिन का कार्यभार होंदा ना, वो संभालदा। ਅਤੇ ਆਪਣੇ ਭਾਰਤ ਚ ਸੈਕਟਰੀ ਕਿਹਨੂੰ ਕਹਿੰਦੇ ਆ ਆਪਾਂ, ਆਈਐਸ ਆਫੀਸਰ ਨੂੰ ਕਹਿੰਦੇ ਆ, ਇਹ ਵੀ ਪਤਾ ਹੋਣਾ ਚਾਹੀਦਾ। ਅਤੇ ਇਹ ਵੀ ਯਾਦ ਰੱਖਣਾ, ਇਹ ਜਿਹੜਾ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਹੈ ਕਦੋਂ ਬਣਿਆ, 1950 ਵਿੱਚ। ਅਤੇ ਇਹ ਕਿਸ ਦਾ ਹਿੱਸਾ ਹੈ, ਇਹ ਹੈਗਾ ਯੂਨਾਈਟਿਡ ਨੇਸ਼ਨ ਇਕਨੋਮਿਕਲ ਸੋਸ਼ਲ ਕਾਉਂਸਲ। ਠੀਕ ਹੈ, ਇਕਨੋਮਿਕਲ ਸੋਸ਼ਲ ਕਾਉਂਸਲ ਦਾ ਹਿੱਸਾ ਹੈ, ਯੂਨਾਈਟਿਡ ਨੇਸ਼ਨ ਇਕਨੋਮਿਕਲ ਸੋਸ਼ਲ ਕਾਉਂਸਲ ਦਾ ਹਿੱਸਾ ਹੈ ਕੌਣ, ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ। ਕਲੀਅਰ ਹੈ ਜੀ, ਚਲੋ। अगर देखो सब तो फेमस इंटरनेशनल योगा डे कदों मनाउने आपां, क्योंकि इसनूं स्टार्ट करने वाला भारत ही सी। कदों मनाउने आपां, इत्ते देरी करनी नहीं चाहिए मैनूं। 21 जून। पहली बार कदों मनाना स्टार्ट किया, 2015। पहली बार कदों मनाना स्टार्ट किया, 2015। अते किहड़ा मंत्रालय मनाउंदा है, आयुष। आयुष का मतलब की है, आयुर्वेदिक, योगा, यूनानी, सिद्धा, होम्योपैथी। आयुष का मतलब की है, आयुर्वेदिक, योगा, यूनानी, सिद्धा, होम्योपैथी। ये याद रखना। क्लीयर है जी, डन। यदि आप किनवा एडिशन मना रहे हैं, आप दसो मैनू, किनवा एडिशन मना रहे हैं, आप 9वां एडिशन मना रहे हैं। किनवा एडिशन मना रहे हैं, आप 9वां एडिशन मना रहे हैं। हर एक साल इसकी थीम भी पूछी जाती है, इसकी थीम सेम है G20 वर्गी। की है अपनी, जे आप गल करिए, योगा फॉर वसुदेवा कुटुंबकम, यानी कि असीं एक फैमिली हाँ, पूरी दुनिया एक फैमिली है, तो सानू फैमिली वांग ही रहना चाहिए। हरेक बंदा एक दूसरे नाल कनैक्टेड है। क्लीयर है, चलो। अगर देखो ਹੁਣ ਕਹਿੰਦੇ ਕਿਹੜੀ ਐਸੀ ਕਨਸਟੀਟੂਐਂਸੀ ਹੈ ਜਿਸਨੂੰ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਮੋਸਟ ਡਿਵੈਲਪਡ ਕਨਸਟੀਟੂਐਂਸੀ ਹੈ। ਕਨਸਟੀਟੂਐਂਸੀ मतलब ऐसा एरिया, ऐसी लोकेशन जो एक मतलब ऐसा एरिया ਮੰਨਿਆ ਜਾਵੇ ਜੋ मतलब ਕਿਸੇ ਰੀਜਨ ਦੇ ਵਿੱਚ ਆਉਂਦੀ ਹੋਵੇ, ਲੋਕ ਸਭਾ ਦੀ ਸੀਟ ਜਾਂ ਰਾਜ ਸਭਾ ਦੀ ਸੀਟ ਦੇ ਅਧੀਨ ਆਉਂਦੀ ਹੋਵੇ, ਉਹਨੂੰ ਕਹਿੰਦੇ ਆਪਾਂ ਕਨਸਟੀਟੂਐਂਸੀ। ਡਨ। ਏਰੀਆ ਜਿਵੇਂ ਸੰਗਰੂਰ ਹੈ, ਜਿਵੇਂ ਪਟਿਆਲਾ ਹੈ, ਹਨਾ, ਤਾਂ ਇਹਨੂੰ ਕੀ ਕਹਿੰਦੇ ਆਪਾਂ, ਕਨਸਟੀਟੂਐਂਸੀ ਕਹਿੰਦੇ ਆ। ਉਹ ਇੱਕ ਸੀਟ ਮੰਨੀ ਜਾਊਗੀ ਕਿ ਪਟਿਆਲੇ ਤੋਂ ਕਿੰਨੇ ਆ ਰਹੇ ਹੈ, सीट चुन के किन्ने आ रहे हैं। आप लोक सभा इलैक्शनस देखते हैं, तो पूछा गया सब तो वधिया कॉन्स्टिट्यूएंसी किहड़ी मनी गई है, प्राणपुर, उधमपुर, करनाल। कर दो आंसर जल्दी, आंसर करो। सो इसका आंसर क्या आएगा, उधमपुर। की आंसर आएगा उधमपुर। है कित्थे उधमपुर, करेगा भी आंसर। उधमपुर है कित्थे है, बहुत ही फेमस जम्मू कश्मीर। कित्थे है, बहुत ही फेमस जम्मू कश्मीर। यूटी बनी कदों बनी, 2019। कदों बनी सी, सॉरी माफी चाहांगा, कदों बनी सी, 2019। क्लीयर है जी, चलो। अगर देखो फीफा अंडर 20, ध्यान रखोगे, फीफा अंडर 20 वर्ल्ड कप किसने जीते हैं, फीफा अंडर 20 वर्ल्ड कप किसने जीते हैं, कर दो आंसर।
अर्जेंटीना, उरुग्वे, फ्रांस, इंडिया। ਇਹਦਾ ਆਨਸਰ ਕੀ ਆਏਗਾ? ਉਰਗ। ਯਾਦ ਰੱਖਣਾ। ਤੇ ਇਸ ਨੂੰ ਹੋਸਟ ਕਰਨ ਵਾਲਾ, ਇਸ ਟੂਰਨਾਮੈਂਟ ਨੂੰ ਹੋਸਟ ਕਰਨ ਵਾਲਾ ਕੌਣ ਸੀ? अर्जेंटीना। कौन सी? अर्जेंटीना। अर्जेंटीना कितने है? साउथ अमेरिका की कंट्री है, ये भी याद रखना। और ये भी याद रखना, सब तो ज्यादा गोल्स किसने मारे ने? सीसेयर ने मारे ने। की नाम है उसका? सीसेयर ने मारे ने। सब तो ज्यादा गोल्स मारने वाला केड़ा खिलाड़ी है? सीसेयर है। ਉਹਦੇ बेस्ट प्लेयर भी सेम पर्सन है, बेस्ट पर्सन भी यानी कि बेस्ट प्लेयर टूर्नामेंट का, सब तो ज्यादा गोल्स मारने वाला भी सीसेयर है। कित्थे दा खिलाड़ी है? इटली का। कित्थों दा खिलाड़ी है? इटली का। कित्थे दा खिलाड़ी है? इटली का। अगर देखो इक्विवरीन, हुण याद रखना एक्सरसाइजिस होंदी है। एक्सरसाइज का मतलब की होंदा है सैन्य अभ्यास। दो कंट्री, एक कंट्री ते दूसरी कंट्री दोनों मिल के कुछ एक्सरसाइजिस करदियां ने ताकि अपनी स्ट्रेंथन ते वीकनेस जान सकन। इक्विवरीन एक्सरसाइज भारत ते किते विचकार हुई? फ्रांस, इंडोनेशिया, मालदीव्स, यूएसए। कर दो आंसर। सो इसका आंसर क्या आएगा? मालदीव्स। इसका आंसर क्या आएगा? मालदीव्स। याद रखना, इसका आंसर क्या आएगा? मालदीव्स। ਅਤੇ ਇਹ ਹੋਈ ਕਿੱਥੇ? ਇਹ ਵੀ ਪੁੱਛੀ ਜਾ ਸਕਦੀ ਹੈ। ਹੋਈ ਕਿੱਥੇ? ਉੱਤਰਾਖੰਡ ਵਿੱਚ। ਕਿੱਥੇ ਹੋਈ? ਉੱਤਰਾਖੰਡ ਵਿੱਚ। ਯਾਦ ਰੱਖਣਾ ਮਾਲਦੀਵਸ ਆਪਣੀ ਨੇਬਰੀ ਕੰਟਰੀ ਹੈ। ਜੇ ਆਪਾਂ ਲੈਂਡ ਪਲੱਸ ਸੀ ਨੂੰ ਮਿਲਾ ਦਈਏ, ਜੇ ਆਪਾਂ ਲੈਂਡ ਮਿਲਾ ਲਈਏ ਤਾਂ 7 ਬਣਦੀਆਂ, ਜੇ ਸੀ ਨੂੰ ਮਿਲਾ ਲਈਏ, ਜੇ ਸੀ ਨੂੰ ਮਿਲਾ ਲਈਏ ਤਾਂ 2 ਹੋਰ ਬਣ ਜਾਂਦੀਆਂ। 2 ਕਿਹੜੀਆਂ? ਇੱਕ ਮਾਲਦੀਵਸ, ਦੂਸਰੀ ਕਿਹੜੀ ਬਣ ਜਾਂਦੀ ਹੈ? ਸ਼੍ਰੀਲੰਕਾ। ਵੈਸੇ ਸ਼੍ਰੀਲੰਕਾ ਓਵਰਆਲ ਆਪਣੀ ਕੋਈ ਨੇਬਰੀ ਕੰਟਰੀ ਨਹੀਂ ਹੈ, ਤਾਂ ਵੀ ਅਸੀਂ ਮੰਨਦੇ ਹਾਂ ਇਹਦਾ ਰੀਜ਼ਨ ਹੈ ਕੁਝ, ਉਹ ਮੈਂ ਤੁਹਾਨੂੰ ਕਿਸੇ ਨੈਕਸਟ ਸੈਸ਼ਨ ਵਿੱਚ ਜ਼ਰੂਰ ਦੱਸਾਂਗਾ। ਅੱਗੇ ਚਲੋ, सागर समृद्धि इनिशिएटिव ये स्टार्ट करने वाला केड़ा मंत्रालय सी? सागर समृद्धि इनिशिएटिव ये स्टार्ट करने वाला केड़ा मंत्रालय सी? कर दो आंसर। ये स्टार्ट करने वाला केड़ा मंत्रालय सी? सो इसनों स्टार्ट करने वाला मंत्रालय है अपना, याद रखना। सागर मतलब की होंदा है समुंदर, समुंदर की देखने को मिलते हैं बंदरगाह, तो बंदरगाह केड़ा मंत्रालय स्टार्ट कर सकता है? मिनिस्ट्री ऑफ, जे आप देखिए केड़ा मंत्रालय? मिनिस्ट्री ऑफ पोर्ट्स, शिपिंग, वाटरवेज। याद रखना, ठीक है जी। कादे लिए? यानी कि कोशिश है कि अपा मतलब कि जो भी साडा समुंदर वाला एरिया है उससे जो भी वेस्टेज है, ठीक है, उसनों किवें ठीक किया जा सकता है, क्योंकि बहुत सारी वेस्टेज देखने को मिलती है, उसका एनवायरमेंट उपर भी प्रभाव पै रहा है, तो उसनों किस तरीके नाल सही किया जा सकता है, उसके लिए ये प्रोग्राम चलाया गया। अगर देखो हुण पूछा गया है कि दुनिया की मोस्ट पावरफुल हाइपरसोनिक विंड टनल कित्थे देखने को मिलती है? मतलब कि लेटेस्ट जी बनी है वो कितने देखने को मिलती है? भारत, चाइना, अमेरिका, जापान। कर दो आंसर। कितने देखने को मिलती है? जे आप देखिए कितने देखने को मिलती है? अपनी चाइना दे विच। कितने देखने को मिलती है? चाइना दे। याद रखना। अगर देखो स्टेट फूड सेफ्टी इंडेक्स, हुण आपां 3 इंडेक्स पढ़ चुके हैं, ठीक है, यानी कि वाटर इंडेक्स पढ़ चुके हैं, ठीक है, उस तो बाद आपां ने होर की पढ़िया? हेल्थ इंडेक्स पढ़िया, ठीक है, उस तो बाद आपां हुण फूड इंडेक्स पढ़ रहे हैं। वाटर विच जे मैं गल कवां कौन टॉप ते रहा सी ओवरऑल? कौन टॉप ते रहा है? सॉरी, कौन टॉप ते रहा है? एमपी। अते हेल्थ विच केरला। हुण फूड विच पूछा गया टॉप ते कौन रहे? दसो मैनूं कौन रहा टॉप ते? फूड विच कौन रहा टॉप ते? सेम पर्सन जो हेल्थ विच रहा है, की नाम है उसका? केरला। याद रखना की आंसर आ जाएगा? केरला। की आंसर आ जाएगा? केरला। चलो अगर देखो हुण हाँ एक चीज़ मैं तुहानूं नाल दसदा जावां, क्योंकि कैटागरीज हैं तो कैटागरीज विच ये भी याद रखोगे। तो जे समोलर स्टेट्स पूछ रहे हैं, समोलर स्टेट छोटी स्टेट विच, तो उधर कौन आ जाएगा? गोवा। किहड़ा आ जाएगा? गोवा। अते भारत ने ये भी दसो मैनूं, भारत ने गोवा नूं कदों आज़ाद करा लिया सी पोर्तुगीज़ तो? भारत ने गोवा नूं कदों आज़ाद करा लिया सी? 1961 या 1962? अते स्टेट कदों बनिया सी? फुल फ्लैज स्टेट कदों बनिया सी? 1984 या 87? करो आंसर, ये तुहाडे लई क्वेश्चन है। हुण समोलर स्टेट विच कौन रहा टॉप ते? गोवा रहा। अते ये भी याद रखना, यानी कि यूटी विच टॉप ते कौन रहा? जम्मू कश्मीर। कौन रहा? जम्मू कश्मीर। अगर देखोगे कथकली डांस थिएटर, ठीक है, एक बुक का नाम है कथकली डांस थिएटर, इसके ऑथर कौन है? कर दो आंसर। ये ऑथर कौन ने? के गोपाला कृष्णा। की आंसर आ जाएगा? बी आंसर, के गोपाला कृष्णा, ठीक है जी, के गोपाला कृष्णा। अते ये भी पता होना चाहिए कथकली एक क्लासिकल डांस है, कित्थे दा? केरला दा। कित्थे दा? केरला दा। केरला दी लॉन्गेस्ट लेक है देखने को मिलती है, केरला दी लॉन्गेस्ट लेक देखने को मिलती है केड़ी? वेबनाड लेक। केड़ी? वेबनाड लॉन्गेस्ट लेक है। समझ पा रहे हो? लॉन्गेस्ट लेक सब तो वड्डी लेक यानी कि लंबाई के आधार पर केड़ी है? अपनी वेबनाड लेक है। क्लीयर है जी? चलो अगर देखो हुण अजकल चैट बोट, चैट जीपीटी बहुत चल रहा है,
ਹਰੇਕ ਕੰਪਨੀ ਆਪਣੀ ਚੈਟ ਜੀਪੀਟੀ ਲਾਂਚ ਕਰ ਰਹੀ ਹੈ, ਤਾਂ ਆਪਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਜਿਹੜੇ ਪਾਵਰਫੁਲ ਕੰਟਰੀਜ਼ ਹੈ ਉਹਨਾਂ ਦਾ ਧਿਆਨ ਦੇਣ ਦੀ ਲੋੜ ਹੈ। ਤਾਂ ਜੁਗਲਬੰਦੀ ਨਾਮ ਦੀ ਚੈਟ ਜੀਪੀਟੀ, ਠੀਕ ਹੈ ਜੀ, ਆਪਣੇ ਭਾਰਤ ਦੇ ਲਈ ਬਣਾਈ ਗਈ ਹੈ ਅਤੇ ਇਹ ਪਿੰਡਾਂ ਦੇ ਲਈ ਬਣਾਈ ਗਈ ਹੈ। ਤਾਂ ਕਿਹੜੀ ਕੰਪਨੀ ਨੇ ਬਣਾਈ ਹੈ, ਕਿਹੜੀ ਕੰਪਨੀ ਨੇ ਲਾਂਚ ਕੀਤੀ ਹੈ? ਗੂਗਲ, ਮਾਈਕਰੋਸਾਫਟ, ਰਿਲਾਇੰਸ, ਸੈਮਸੰਗ। ਕੀ ਆंसर आ जाएगा अपना? ਜੇ ਆਪਾਂ ਦੇਖੀਏ ਕੀ ਆंसर आ जाएगा अपना? ਮਾਈਕਰੋਸਾਫਟ। ਕੀ ਆंसर आ जाएगा? ਮਾਈਕਰੋਸਾਫਟ। ਯਾਦ ਰੱਖਣਾ। ਇੱਕ ਗੀਗਾ ਚੈਟ ਨਾਮ ਦੀ ਕੀ ਬਣੀ ਹੈ? ਚੈਟ ਜੀਪੀਟੀ ਬਣੀ ਹੈ। ਇਸ ਨੂੰ ਲਾਂਚ ਕਰਨ ਵਾਲਾ ਕੌਣ ਹੈ? ਕੰਟਰੀ ਰਸ਼ੀਆ। ਕੌਣ ਹੈ? ਰਸ਼ੀਆ। ਠੀਕ ਹੈ। ਇੱਕ ਲੈਕਸੀ ਬਣੀ ਹੈ, ਲੈਕਸੀ, ਇਹ ਭਾਰਤ ਦੀ ਹੈ, ਭਾਰਤ ਦੀ ਖੁਦ ਦੀ ਹੈ। ਇਹ ਵੀ ਯਾਦ ਰੱਖੋ। ਕਲੀਅਰ ਹੈ ਜੀ? ਭਾਰਤ ਦੀ ਖੁਦ ਦੀ ਹੈ। ਅਗਰ ਦੇਖੋ ਦੁਨੀਆ ਦਾ ਸਭ ਤੋਂ ਵੱਡਾ ਫੂਡ ਸਟੋਰੇਜ ਸਕੀਮ ਕਿਸ ਕੰਟਰੀ ਨੇ ਲਾਂਚ ਕੀਤਾ ਹੈ? ਕਿਸ ਕੰਟਰੀ ਨੇ ਲਾਂਚ ਕੀਤਾ? ਕਰ ਦਿਓ ਆंसर। किस कंट्री ने लॉन्च किया? ऑस्ट्रेलिया, अमेरिका, इंडिया, जर्मनी। किसने लॉन्च किया है? इंडिया ने। किसने लॉन्च किया है? याद रखोगे, किसने लॉन्च किया है? इंडिया ने। मोरे टिक भी मार देना, ठीक है, सॉरी, मोरे टिक भी मार देना, सी ऑप्शन आ जाएगा। हुण याद रखना इस विच सरकार जिहड़ी है वो की लेके आई है? जे आप देखिए ग्रेन स्टोरेज प्लान लेके आई है। ग्रेन स्टोरेज प्लान लेके आई है, खासकर कोऑपरेटिव सैक्टर ਦੇ ਲਈ, खासकर कोऑपरेटिव सैक्टर ਦੇ ਲਈ। ਇਹ ਵੀ ਯਾਦ ਰੱਖਣਾ। और कोशिश की है, जे आप देखिए कोशिश ये है कि जो क्रॉप डैमेज होंगी है, जो क्रॉप डैमेज होंगी है और कई बारी सेल पूरी नहीं हो पाती, कई बारी की होंदा है कि फूड ग्रेन ज़्यादा हो जाता है, कई बारी की होंदा है फूड सिक्योरिटी पूरी नहीं हो पाती। तो इन्हां सारिਆਂ ਦਾ हल ਲਈ ਕੀ ਬਣਾਇਆ ਗਿਆ? गोदाम ਬਣਾਇਆ ਗਿਆ। ਸਭ ਤੋਂ ਵੱਡਾ ਇੱਥੇ ਭਾਰਤ ਦੇ ਵਿੱਚ ਬਣਾਇਆ ਜਾਵੇਗਾ। ਕਲੀਅਰ ਹੈ ਜੀ? ਯਾਨੀ ਕਿ ਅਲੱਗ-ਅਲੱਗ ਥਾਵਾਂ ਤੇ ਬਣਾਇਆ ਜਾਵੇਗਾ ਤੇ ਇਸ ਦੇ ਲਈ ਸਕੀਮ रखी गई है। तो स्कीम का टोटल बजट कितना रखा गया? 1 लाख करोड़। 1 लाख करोड़ याद रखो। अगर देखो आईफा अवार्ड्स, किहड़े आईफा अवार्ड्स विच सब तो बेस्ट फिल्म किन्हां नूं मन्निया गया? बेस्ट फिल्म किन्हां नूं मन्निया गया? दृश्यम। किन्हां नूं मन्निया गया? दृश्यम नूं। अते इह भी याद रखना है 2023 दे, ठीक है, 2023 दे जिहड़े बेस्ट फिल्म मन्नी गई है और दृश्यम मन्नी गई है। तो 2024 लेटेस्ट अपडेट आई है, 2024 दी जिहड़ी आईफा अवार्ड्स है वो कौन होस्ट करेगा? गुजरात। कौन होस्ट करेगा? गुजरात। ये याद रखना। और बेस्ट एक्ट्रेस किनू मन्निया गया? बेस्ट एक्ट्रेस कौन है? आलिया भट्ट। कौन है? आलिया भट्ट। किहड़ी फिल्म लई? पता ही है, गंगूबाई। अते बेस्ट एक्टर हुण याद रखना, बेस्ट एक्टर, ठीक है जी, ऋतिक रोशन है। कौन है? ऋतिक रोशन। किहड़ी फिल्म सी? विक्रम वेदा। विक्रम वेदा। किहड़ी सी? विक्रम वेदा। क्लियर है? और बेस्ट डायरेक्टर, बेस्ट डायरेक्टर किन्हां नूं मन्निया गया? पूछा जाएगा कई बार, क्योंकि कुछ ऐसे नाम है जो तुमने नहीं सुने होंगे। आर माधवन, जो 3 इडियट्स सी ना उन्हां दा नाम है आर माधवन। मतलब 3 कैटेगरी, 3 करैक्टर सी, उस एक कैटेगरी करैक्टर का नाम सी आर माधवन, रियल नेम। इन्होंने एक फिल्म बनाई सी, बहुत अच्छी फिल्म बनाई सी, जिसका नाम की सी साइंटिस्ट के उपर सी किसी रॉकटरी। की नाम सी? रॉकटरी। क्लीयर है जी? सो ਹੁਣ तक ਆਪਾਂ इन्ने क्वेश्चन ਆਪਾਂ कर चुके हैं। मेरी कोशिश है कि मैं पार्ट 2 जल्द ਤੁਹਾਡੇ सामने ले आवांगा। और प्लीज़ जब तक पार्ट 2 नहीं आता इसमें रिवाइज करते रहो, नोट्स बनाते रहो और प्लीज़ वीडियो को लाइक करो, चैनल को सबसक्राइब करो। थैंक यू वेरी मच।